ਬੰਦੀ ਸਿੰਘਾਂ ਦੀ ਰਿਹਾਈ ਵਾਲੇ ਮਾਮਲੇ 'ਚ ਉਹ ਬਾਈ ਉੱਥੇ ਮੈਂ ਗਿਆ ਸੀ, ਉੱਥੇ ਜਿਹੜੀਆਂ ਆਪਣੀਆਂ ਸਿੱਖ ਜਥੇਬੰਦੀਆਂ ਕੋਈ ਉਹ ਉਹਨਾਂ ਨੂੰ ਐਂ ਲੱਗਦਾ ਵੀ ਦੀਪ ਨੂੰ ਜਾਣ ਕੇ ਪਲਾਂਟ ਕੀਤਾ ਜਾ ਰਿਹਾ। ਮੈਂ ਉੱਥੋਂ ਵੀ ਪਾਸੇ ਹੋ ਗਿਆ ਵੀ ਇਹ ਸਰਕਾਰ ਜਾਣ ਕੇ ਪਲਾਂਟ ਕਰ ਰਹੀ ਆ। ਉਹੀ ਗੱਲਾਂ ਬਸ। ਅੱਛਾ ਅੰਦਰ ਹਵਾਰੇ ਸਾਹਿਬ ਨਾਲ ਗੱਲਬਾਤ ਹੋ ਗਈ ਤੇ ਦੀਪ ਨੂੰ ਜਾਣ ਕੇ ਅੱਗੇ ਕੀਤਾ ਗਿਆ। ਮਤਲਬ ਉੱਥੇ ਵੀ ਐਂ ਜੀ ਗੱਲ ਕੀਤੀ। ਫਿਰ ਮੈਂ ਕਿਹਾ ਯਾਰ ਇੱਕ ਤਾਂ ਕਿਸੇ ਦਾ ਕਿਸਾਨਾਂ ਵਾਲੇ ਪਾਸੇ ਗਏ, ਉੱਥੇ ਇਹੀ ਗੱਲ, ਇੱਥੇ ਆਓ ਇਹੀ ਗੱਲ। ਇਹਦਾ ਆਪਦੇ ਬੰਦੇ ਨੂੰ ਨਹੀਂ ਪਛਾਣ ਸਕਦੇ। ਤੁਸੀਂ ਵੀ ਦੀਪ ਸਿੱਧੂ ਹੋਰਾਂ ਦੀ ਅੰਤਿਮ ਅਰਦਾਸ ਦੇ ਵਿੱਚ ਸ਼ਮੂਲੀਅਤ ਕਰਦੇ ਹੋ। ਤੁਹਾਨੂੰ ਹਾਲਾਂਕਿ ਬਹੁਤ ਸਾਰੀਆਂ ਉੱਥੇ ਸ਼ਖਸੀਅਤਾਂ ਚਾਹੁੰਦੀਆਂ ਸੀਗੀਆਂ ਵੀ ਅਸੀਂ ਸਟੇਜ 'ਤੇ ਜਾਈਏ, ਪਰ ਤੁਹਾਡਾ ਨਾਮ ਸਟੇਜ ਦੇ ਲਈ ਵੀ ਚੁਣਿਆ ਗਿਆ। ਪਰ ਦੀਪ ਸਿੱਧੂ ਇੱਕ ਪਾਸੇ ਇਹ ਵੀ ਦੱਸਦੇ ਨੇ ਵੀ ਜਗਤਾਰ ਸਿੰਘ ਹਵਾਰਾ ਜੀ ਤੱਕ ਗੱਲ ਇਹ ਪਹੁੰਚਾਈ ਗਈ ਵੀ ਇਹ ਤਾਂ ਸਰਕਾਰੀ ਏਜੰਟ ਹੈ, ਸਿਰਫ ਮੋਹਰੀ ਹੋਣਾ ਚਾਹੁੰਦਾ ਹੈ ਅਤੇ ਘੋਣਾ ਮੋਨਾ ਸਾਡਾ ਲੀਡਰ ਨਹੀਂ ਹੋ ਸਕਦਾ। ਇੱਕ ਪਾਸੇ ਜਗਤਾਰ ਸਿੰਘ ਹਵਾਰਾ ਜੀ ਦੇ ਵੱਲੋਂ ਉਹਨਾਂ ਦੇ ਲਈ ਇੰਨਾ ਵਧੀਆ ਸੰਦੇਸ਼ ਅਤੇ ਕੌਮੀ ਯੋਧਾ ਉਹਨਾਂ ਨੂੰ ਕਰਾਰਿਆ ਜਾਂਦਾ ਅਤੇ ਦੂਜੇ ਪਾਸੇ ਇਹ ਵੀ ਗੱਲਾਂ ਹੁੰਦੀਆਂ ਸੀ ਉਹ ਕੌਣ ਲੋਕ ਨੇ, ਕਿਤੇ ਤੁਸੀਂ ਤਾਂ ਨਹੀਂ ਵੀ ਸਟੇਜ 'ਤੇ ਵੀ ਇੱਕ ਪਾਸੇ ਬੈਠੇ ਸੀਗੇ ਜੀ ਉਹਨਾਂ ਦਾ ਪਿਆਰ ਲੈਣ ਨੂੰ, ਅਤੇ ਦੂਜੇ ਪਾਸੇ ਹਵਾਰਾ ਸਾਹਿਬ ਤੱਕ ਇਹ ਗੱਲਾਂ ਪਹੁੰਚਾਉ ਰਹੇ ਹੋਵੇ। ਮੈਂ ਦੀਪ ਦੀ ਉਹ ਸ਼ਖਸੀਅਤ ਤੋਂ ਜਾਣੂ ਸੀ ਬਈ ਹਰ ਇੱਕ ਪੱਖ ਤੋਂ ਨਾ ਉਹ ਸਿਆਣਾ ਬਹੁਤ ਹੈ, ਪੜ੍ਹਿਆ ਲਿਖਿਆ, ਵਕੀਲ ਵੀ ਹੈ। ਲੋੜ ਹੈ ਕਿਉਂ ਇਸ ਤਰ੍ਹਾਂ ਦੀ ਉਸ। ਮੈਂ ਉਹਨੂੰ ਨਾਲ ਲੈ ਗਿਆ। ਉੱਥੇ ਜੋ ਗੱਲਬਾਤ ਹੋਈ, ਸਾਨੂੰ ਮੇਨ ਗੇਟ 'ਤੇ ਰੋਕਿਆ ਗਿਆ, 1 ਘੰਟਾ ਬਹਿਸ ਹੋਈ। ਮੈਂ ਉਹ ਉਦਣ ਵੀ ਸਪਸ਼ਟ ਕਰਿਆ, ਅੱਜ ਵੀ ਸਪਸ਼ਟ ਕਰਦਾ ਵੀ ਉਹ ਗੱਲਾਂ ਉਹਨੇ ਪ੍ਰਸ਼ਾਸਨ ਨਾਲ ਕੀਤੀਆਂ ਵੀ ਪ੍ਰਸ਼ਾਸਨ ਨੂੰ ਜਵਾਬ ਨਹੀਂ ਆਇਆ। ਪਰ ਉਸ ਤੋਂ ਕਈ ਈਰਖਾਵਾਸ ਵਾਲਿਆਂ ਨੇ, ਮੈਂ ਤਾਂ ਕਹਿੰਦਾ ਛੋਟੀ ਸੋਚ ਵਾਲਿਆਂ ਨੇ, ਉਹ ਉਂਗਲਾਂ ਦੀਪ 'ਤੇ ਚੁੱਕਣੀਆਂ ਸ਼ੁਰੂ ਕਰਤੀਆਂ। ਇੱਕ ਤਾਂ ਉਹਨਾਂ ਦਿਨਾਂ 'ਚ ਐਡਵੋਕੇਟ ਜਸਪਾਲ ਸਿੰਘ ਮੰਝਪਰੇ ਜਿਹੜੀ ਪੋਸਟ ਦਾ ਉਹ ਜ਼ਿਕਰ ਕਰ ਰਿਹਾ ਉਸ ਆਡੀਓ 'ਚ ਜਿਹੜੀ ਤੁਹਾਡੇ ਨਾਲ ਵੀ ਗੱਲ ਹੋਈ ਹੈ, ਉਸ ਨੇ ਉਹ ਪਾਈ ਹੈ ਵੀ ਇੱਕ ਸੁਰ ਘੁੰਮ ਉਹ ਪੰਥ ਦੇ ਸਿਰ 'ਤੇ ਬਿਠਾ ਦਿਆ। ਇਹ ਮੈਂ ਤਾਂ ਕਹਿੰਦਾ ਇੱਕ ਸਾਡੀ ਸੋਚ ਦਾ ਨਾ ਘਟੀਆ ਸੋਚ ਦਾ ਜਨਾਜ਼ਾ ਸੀ ਜਿਹੜਾ ਉਹ ਕਰਿਆ, ਕਿਉਂਕਿ ਉਹਨਾਂ ਦੇ ਪਿੱਛੇ ਇੱਕ ਸੋਚ ਉਹ ਕੰਮ ਕਰ ਰਹੀ ਹੈ ਵੀ ਜਿਹੜੀ ਜਥੇਦਾਰ ਜਗਤਾਰ ਸਿੰਘ ਹਵਾਰਾ ਨੂੰ ਜਥੇਦਾਰ ਵੀ ਨਹੀਂ ਮੰਨਦੀ। ਦਿੱਲੀ ਤੋਂ ਹੈ ਦਲਜੀਤ ਸਿੰਘ ਜਿਹੜਾ ਮੁਲਾਕਾਤੀ ਵੀ ਹੈ, ਹਾਲਾਂਕਿ ਹਵਾਰਾ ਸਾਹਿਬ ਦਾ ਮੁਲਾਕਾਤੀ, ਹਾਂਜੀ ਉਹਨਾਂ ਦਾ ਮੁਲਾਕਾਤੀ ਹੈ, ਪਰ ਉਹਨੇ ਬੋਲ ਕੇ ਪਾਤੀ। ਦੀਪ ਦੇ ਖਿਲਾਫ ਵੀ ਬੋਲਿਆ, ਉਹਨੇ ਮੇਰੇ ਖਿਲਾਫ ਵੀ ਬਹੁਤ ਦੋਸ਼ ਲਾਏ ਕਿ ਸਾਡੇ ਲੀਡਰ ਮੋਹਨ ਘੋਣ ਕਦ ਤੋਂ ਹੋ ਗਏ, ਦੀਪ ਸਿੱਧੂ ਵਰਗੇ ਸਾਡੇ ਲੀਡਰ ਕਿੱਦਾਂ ਹੋ ਗਏ, ਜਿਨ੍ਹਾਂ ਨੇ ਅੱਜ ਤੱਕ ਉਹਨਾਂ ਦੀ ਪ੍ਰਾਪਤੀ ਕੀ ਹੈ ਕੌਮ ਦੀ, ਕੋਈ ਇਹ ਦੱਸੇਗਾ ਕਿ ਬਾਪੂ ਜੀ ਤੁਸੀਂ ਇਸ ਗੱਲ ਦੀ ਗਰੰਟੀ ਦਿੰਦੇ ਹੋ ਕਿ ਵੀ ਦੀਪ ਸਿੱਧੂ ਅੱਗੇ ਜਾ ਕੇ ਇਲੈਕਸ਼ਨ ਨਹੀਂ ਲੜੇਗਾ। ਹਾਲਾਂਕਿ ਉਹਨੂੰ ਇਸ ਤਰ੍ਹਾਂ ਦੀ ਕੋਈ ਉਹਦੀ ਮਨਸਾ ਨਹੀਂ ਸੀ ਵੀ ਮੈਂ ਇਹਦਾ ਕ੍ਰੈਡਿਟ ਲਿਆ ਜਾਂ ਮੈਨੂੰ ਜਾਵੇ, ਨਾ ਉਹਦੀ ਕੋਈ ਇਲੈਕਸ਼ਨ ਲੜਨ ਦੀ ਉਹ ਸੀ, ਨਾ ਸਾਡੇ ਨਾਲ ਕੋਈ ਗੱਲਬਾਤ ਹੋਈ ਉਹਦੇ ਇਲੈਕਸ਼ਨ ਬਾਰੇ। ਅੱਜ ਤੋਂ ਬਾਅਦ ਮੇਰੀ ਵੱਲੋਂ ਤੁਹਾਨੂੰ ਸਿੰਘ ਸਾਹਿਬ ਕਰਕੇ ਸੰਬੋਧਿਤ ਕੀਤਾ ਜਾਵੇਗਾ। ਤੁਹਾਨੂੰ ਜਗਤਾਰ ਸਿੰਘ ਹਵਾਰਾ ਜੀ ਬਾਪੂ ਜੀ ਕਹਿਣ ਜਾਂ ਨਾ ਕਹਿਣ, ਮੈਨੂੰ ਕੱਖ ਫਰਕ ਨਹੀਂ ਪੈਂਦਾ। ਤੁਸੀਂ ਜੇ ਇਹੀ ਸਭ ਕਰਨਾ ਹੈ ਤੇ ਇਸ ਅਹੁਦੇ ਤੋਂ ਅਸਤੀਫਾ ਦੇ ਦਿਓ ਜੋ ਧਰਮੀ ਬਾਪੂ ਦਾ ਅਹੁਦਾ ਤੁਹਾਨੂੰ ਜਥੇਦਾਰ ਜਗਤਾਰ ਸਿੰਘ ਹਵਾਰਾ ਜੀ ਨੇ ਦਿੱਤਾ ਹੈ। ਉਸ ਤੋਂ ਬਾਅਦ ਤੁਸੀਂ ਜੋ ਕਰਨਾ ਚਾਹੁੰਦੇ ਹੋ ਕਰੋ, ਸਾਨੂੰ ਕੋਈ ਦੁੱਖ ਨਹੀਂ ਰਹੇਗਾ। ਸਾਨੂੰ ਦੁੱਖ ਇਸ ਗੱਲ ਦਾ ਹੈ ਕਿ ਤੁਸੀਂ ਜਿਸ ਅਹੁਦੇ ਤੇ ਬੈ ਕੇ ਜੋ ਹਰਕਤ ਕੀਤੀ ਹੈ ਉਹ ਗਲਤ ਹੈ। ਤੁਸੀਂ ਇੱਥੇ ਗਲਤ ਹੋ ਔਰ ਇਸ ਦੀ ਮਾਰਕ ਤੁਸੀਂ ਮਾਰ ਗਏ ਹੋ ਇਤਿਹਾਸ ਦੇ ਵਿੱਚ ਕਿ ਗੁਰਚਰਨ ਸਿੰਘ ਜੀ ਨੇ ਗਲਤ ਕੀਤਾ ਸੀਗਾ ਦੀਪ ਸਿੱਧੂ ਨੂੰ ਅੱਗੇ ਲਾ ਕੇ। ਤੁਹਾਨੂੰ ਇਸ ਗੱਲ ਨੂੰ ਸ਼ਰਮ ਮਹਿਸੂਸ ਕਰਨੀ ਚਾਹੀਦੀ ਹੈਗੀ ਹੈ ਕਿ ਇੰਨੇ ਸਿਆਣੇ ਸਿੱਖ ਹੋਣ ਦੇ ਬਾਵਜੂਦ ਤੁਸੀਂ ਇੱਕ ਘੋਣ ਮੋਹਨ ਨੂੰ ਅੱਗੇ ਕਰਤਾ। ਮੈਨੂੰ ਕਹਿੰਦਾ ਬਾਪੂ ਜੀ, ਕਹਿੰਦਾ ਜਿਹੜੇ ਨਾਰਾਜ਼ ਹੋਏ ਆ ਨਾ, ਅੱਗੇ ਤੋਂ ਦੇਖੋ ਆਪਾਂ ਨੇ ਬੰਦੀ ਸਿੰਘਾਂ ਦੀ ਰਿਹਾਈ ਵਾਸਤੇ ਅਵੈਸਲੇ ਨਹੀਂ ਹੋਣਾ, ਆਪਾਂ ਨੇ ਉਹ ਕੰਮ ਕਰਨਾ ਜਿਹੜਾ ਆਪਾਂ ਸੰਗਤ 'ਚ ਵਾਅਦਾ ਕੀਤਾ। ਪਰ ਅੱਗੇ ਤੋਂ ਉਹਨਾਂ ਨੂੰ ਅੱਗੇ ਲਾਇਓ। ਇਸ ਲਈ ਜਸਪਾਲ ਸਿੰਘ ਮੰਝਪੁਰ ਦਾ ਨਾਂ ਲਿਆ ਉਹਨੇ, ਦਿੱਲੀ ਵਾਲਿਆਂ ਦਾ ਨਾਂ ਲਿਆ ਵੀ ਜਿਹੜੇ ਕੋਈ ਨਾਰਾਜ਼ ਹੈ ਬਾਪੂ ਜੀ ਕਹਿੰਦਾ ਉਹਨਾਂ ਨੂੰ ਅੱਗੇ ਲਾ ਕੇ ਮੈਂ ਪਿੱਛੇ ਲੱਗਾਂਗਾ। ਦੇਖੋ ਕਿੱਡੀ ਬੜੀ ਸੋਚ ਹੈ ਜਿਹਨੂੰ ਅਸੀਂ ਘੋਣਾ ਮੋਨਾ ਦੱਸਦੇ ਹਾਂ। ਜਦੋਂ ਕਿਉਂਕਿ ਦੀਪ ਸਿੱਧੇ ਤੌਰ 'ਤੇ ਮੈਨੂੰ ਇਹ ਕਹਿੰਦਾ ਵੀ ਜੇ ਹਵਾਰਾ ਸਾਹਿਬ ਤੱਕ ਇਹ ਗੱਲ ਪਹੁੰਚਾਈ ਵੀ ਇਹ ਤਾਂ ਏਜੰਸੀਆਂ ਦਾ ਜਾਂ ਏਜੰਟ ਹੈ, ਬੰਦਾ ਸਰਕਾਰੀ ਹੈ, ਫਿਰ ਹਵਾਰਾ ਸਾਹਿਬ ਨੇ ਉਹਨਾਂ ਲੋਕਾਂ ਨੂੰ ਨਹੀਂ ਜਵਾਬ ਦਿੱਤਾ ਜਾਂ ਉਹਨਾਂ ਨੂੰ ਕਿਹਾ ਨਹੀਂ ਵੀ ਤੁਸੀਂ ਕਮੇਟੀ 'ਚੋਂ ਬਾਹਰ ਹੋ ਜਾਓ ਜੀ? ਫਿਰ ਅੱਜ ਮੈਂ
ਨਾ ਇਸ ਨਾਲ ਹਵਾਰਾ ਕਮੇਟੀ ਦਾ ਕੋਈ ਸੰਬੰਧ ਹੈ, ਨਾ ਵਰਲਡ ਸਿੱਖ ਪਾਰਲੀਮੈਂਟ ਦਾ, ਨਾ ਅਕਾਲੀ ਉਸ ਦਾ, ਕਿਉਂਕਿ ਚਾਰੇ ਜਥੇਬੰਦੀਆਂ ਜਿਹੜੀ ਇਹ ਜਥੇਦਾਰ ਜਗਤਾਰ ਸਿੰਘ ਹਵਾਰਾ ਦੀ ਸੋਚ 'ਤੇ ਪਹਿਰਾ ਦੇ ਰਹੀਆਂ। ਅਸੀਂ ਉਹਨੂੰ ਕੌਮੀ ਸ਼ਹੀਦ ਕੌਮੀ ਯੋਧਾ ਮੰਨਦੇ ਹਾਂ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਪੰਜਾਬੀ ਲੋਕ ਚੈਨਲ ਵੇਖ ਰਹੇ ਹੋ ਤੇ ਮੈਂ ਜਗਦੀਪ ਸਿੰਘ ਥਲੀ ਹਾਂ। ਦਰਸ਼ਕੋ, ਬੀਤੇ ਦਿਨੀ ਦੀਪ ਸਿੱਧੂ ਸਾਡੇ ਤੋਂ ਦੂਰ ਚਲੇ ਗਏ, ਉਹਨਾਂ ਦੀ ਮੌਤ ਹੋ ਗਈ, ਜਿਸ ਤੋਂ ਬਾਅਦ ਉਹਨਾਂ ਦੀ ਆਤਮਿਕ ਸ਼ਾਂਤੀ ਲਈ ਅੰਤਿਮ ਅਰਦਾਸ ਸਮਾਗਮ ਰੱਖਿਆ ਗਿਆ, ਜਿਸ ਦੇ ਵਿੱਚ ਬਹੁਤ ਸਾਰੀਆਂ ਸ਼ਖਸੀਅਤਾਂ ਨੇ ਉਹਨਾਂ ਦੇ ਜੀਵਨ ਬਾਰੇ ਜਿੱਥੇ ਭਾਸ਼ਣ ਦਿੱਤੇ, ਉੱਥੇ ਨਾਲ ਹੀ ਉਹਨਾਂ ਨੂੰ 209 ਜਥੇਬੰਦੀਆਂ ਦੇ ਵੱਲੋਂ ਕੌਮੀ ਯੋਧੇ ਦਾ ਖਿਤਾਬ ਵੀ ਦਿੱਤਾ ਗਿਆ। ਅਜਿਹੇ ਦੇ ਵਿੱਚ ਜਥੇਦਾਰ ਜਗਤਾਰ ਸਿੰਘ ਹਵਾਰਾ ਜੀ ਦੇ ਵੱਲੋਂ ਵੀ ਦੀਪ ਸਿੱਧੂ ਦੇ ਲਈ ਅਤੇ ਕੌਮ ਦੇ ਨਾਂ ਸੰਦੇਸ਼ ਭੇਜਿਆ ਗਿਆ। ਪਰ ਜਿਵੇਂ ਮੈਂ ਇੱਕ ਆਡੀਓ ਪਾਈ ਸੀਗੀ ਚੈਨਲ ਦੇ ਉੱਤੇ, ਉਹ ਆਡੀਓ ਜਿਹੜੀ ਦੀਪ ਸਿੱਧੂ ਹੋਰਾਂ ਦੇ ਨਾਲ ਮੇਰੀ ਆਖਰੀ ਗੱਲਬਾਤ ਫੋਨ 'ਤੇ ਹੁੰਦੀ ਹੈ, ਜਿਸ ਦੇ ਵਿੱਚ ਦੀਪ ਸਿੱਧੂ ਖੁਦ ਇਹ ਦੱਸਦੇ ਨੇ ਵੀ ਮੈਨੂੰ ਏਜੰਸੀਆਂ ਦਾ ਬੰਦਾ ਦੱਸਿਆ ਜਾ ਰਿਹਾ, ਅਤੇ ਉਹ ਬੰਦਾ ਵੀ ਸਾਡੇ ਕੁਝ ਸਿੱਖ ਭਰਾ ਵੀ ਦੱਸ ਰਹੇ ਨੇ। ਉਹਨਾਂ ਕਿਹਾ ਕਿ ਪਹਿਲਾਂ ਕਿਸਾਨਾਂ ਨੇ ਨਹੀਂ ਟਿਕਣ ਦਿੱਤਾ, ਅਤੇ ਫਿਰ ਜਥੇਦਾਰ ਜਗਤਾਰ ਸਿੰਘ ਹਵਾਰਾ ਤੱਕ ਇਹ ਗੱਲ ਪਹੁੰਚਾਈ ਗਈ ਜਦੋਂ ਉਹਨਾਂ ਨੇ ਰਾਜਪਾਲ ਨੂੰ ਮਿਲ ਕੇ ਬੰਦੀ ਸਿੰਘਾਂ ਦੀ ਰਿਹਾਈ ਦੇ ਲਈ ਗੱਲਬਾਤ ਕੀਤੀ ਸੀਗੀ ਰਾਜਪਾਲ ਸਾਹਿਬ ਦੇ ਨਾਲ, ਤਾਂ ਉਸ ਤੋਂ ਬਾਅਦ ਉਹਨਾਂ ਨੂੰ ਏਜੰਸੀਆਂ ਦਾ ਬੰਦਾ ਦੱਸਿਆ ਗਿਆ। ਅਤੇ ਮੈਂ ਜ਼ਿਕਰ ਕੀਤਾ ਸੀ ਵੀ ਅਸੀਂ ਜਥੇਦਾਰ ਜਗਤਾਰ ਸਿੰਘ ਹਵਾਰਾ ਜੀ ਦੇ ਧਰਮ ਦੇ ਪਿਤਾ ਜੀ ਬਾਪੂ ਗੁਰਚਰਨ ਸਿੰਘ ਜੀ ਤੱਕ ਅਪਰੋਚ ਕਰਾਂਗੇ ਕਿ ਕੀ ਮਾਜਰਾ। ਇੱਕ ਪਾਸੇ ਤਾਂ ਉਹਨਾਂ ਨੂੰ ਕੌਮੀ ਯੋਧੇ ਦਾ ਖਿਤਾਬ ਤੁਹਾਡੀਆਂ ਹੀ ਸੰਸਥਾਵਾਂ ਦੇ ਰਹੀਆਂ ਨੇ, ਅਤੇ ਦੂਜੇ ਪਾਸੇ ਦੀਪ ਸਿੱਧੂ ਖੁਦ ਮੂੰਹੋਂ ਇਹ ਕਹਿ ਕੇ ਗਏ ਨੇ ਵੀ ਮੈਨੂੰ ਏਜੰਸੀਆਂ ਦਾ ਬੰਦਾ ਜਿਹੜਾ ਦੱਸਿਆ ਗਿਆ। ਅਤੇ ਬਾਪੂ ਜੀ ਦੇ ਨਾਲ ਗੱਲਬਾਤ ਕਰਦੇ, ਇਹਨਾਂ ਦਾ ਸਪਸ਼ਟੀਕਰਨ ਵੀ ਲੈਂਦੇ ਹਾਂ ਅਤੇ ਹੋਰ ਵੀ ਗੱਲਾਂ ਜਿਹੜੀਆਂ ਰਹਿਣਗੀਆਂ। ਪਹਿਲਾਂ ਫਤਿਹ ਦੀ ਸਾਂਝ ਪਾਉਂਦੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਠੀਕ ਹੋ ਬਾਪੂ ਜੀ? ਹਾਂ, ਚੜ੍ਹਦੀ ਕਲਾ ਜੀ। ਬਾਪੂ ਜੀ, ਪਹਿਲੇ ਤਾਂ ਤੁਸੀਂ ਵੀ ਦੀਪ ਸਿੱਧੂ ਹੋਰਾਂ ਦੀ ਅੰਤਿਮ ਅਰਦਾਸ ਦੇ ਵਿੱਚ ਸ਼ਮੂਲੀਅਤ ਕਰਦੇ ਹੋ। ਤੁਹਾਨੂੰ ਹਾਲਾਂਕਿ ਬਹੁਤ ਸਾਰੀਆਂ ਉੱਥੇ ਸ਼ਖਸੀਅਤਾਂ ਚਾਹੁੰਦੀਆਂ ਸੀਗੀਆਂ ਵੀ ਅਸੀਂ ਸਟੇਜ 'ਤੇ ਜਾਈਏ, ਪਰ ਤੁਹਾਡਾ ਨਾਮ ਸਟੇਜ ਦੇ ਲਈ ਵੀ ਚੁਣਿਆ ਗਿਆ। ਪਰ ਦੀਪ ਸਿੱਧੂ ਇੱਕ ਪਾਸੇ ਇਹ ਵੀ ਦੱਸਦੇ ਨੇ ਵੀ ਜਗਤਾਰ ਸਿੰਘ ਹਵਾਰਾ ਜੀ ਤੱਕ ਗੱਲ ਇਹ ਪਹੁੰਚਾਈ ਗਈ ਵੀ ਇਹ ਤਾਂ ਸਰਕਾਰੀ ਏਜੰਟ ਹੈ, ਸਿਰਫ ਮੋਹਰੀ ਹੋਣਾ ਚਾਹੁੰਦਾ ਹੈ ਅਤੇ ਘੋਣਾ ਮੋਨਾ ਸਾਡਾ ਲੀਡਰ ਨਹੀਂ ਹੋ ਸਕਦਾ। ਇੱਕ ਪਾਸੇ ਜਗਤਾਰ ਸਿੰਘ ਹਵਾਰਾ ਜੀ ਦੇ ਵੱਲੋਂ ਉਹਨਾਂ ਦੇ ਲਈ ਇੰਨਾ ਵਧੀਆ ਸੰਦੇਸ਼ ਅਤੇ ਕੌਮੀ ਯੋਧਾ ਉਹਨਾਂ ਨੂੰ ਕਰਾਰਿਆ ਜਾਂਦਾ, ਅਤੇ ਦੂਜੇ ਪਾਸੇ ਇਹ ਵੀ ਗੱਲਾਂ ਹੁੰਦੀਆਂ ਸੀ ਉਹ ਕੌਣ ਲੋਕ ਨੇ, ਕਿਤੇ ਤੁਸੀਂਓ ਤਾਂ ਨਹੀਂ ਵੀ ਸਟੇਜ 'ਤੇ ਵੀ ਇੱਕ ਪਾਸੇ ਬੈਠੇ ਸੀਗੇ ਜੀ ਉਹਨਾਂ ਦਾ ਪਿਆਰ ਲੈਣ ਨੂੰ, ਅਤੇ ਦੂਜੇ ਪਾਸੇ ਹਵਾਰਾ ਸਾਹਿਬ ਤੱਕ ਇਹ ਗੱਲਾਂ ਪਹੁੰਚਾ ਰਹੇ ਹੋਵੇ। ਦੇਖੋ, ਦੀਪ ਸਿੱਧੂ ਦਾ ਜਦੋਂ ਮੇਰੇ ਨਾਲ 25 ਸਤੰਬਰ 2020 ਨੂੰ ਮਿਲਾਪ ਹੋਇਆ ਸ਼ੰਭੂ ਬਾਰਡਰ 'ਤੇ ਪਹਿਲੇ ਦਿਨ, ਮੈਂ ਉਸ ਦੀ ਸ਼ਖਸੀਅਤ ਤੋਂ ਪਹਿਲੇ ਦਿਨ ਹੀ ਪ੍ਰਭਾਵਿਤ ਹੋਇਆ ਕਿ ਜੋ ਪਿਆਰ ਸਤਿਕਾਰ ਉਹਨੇ ਮੈਨੂੰ ਦਿੱਤਾ ਨਾ, ਉਹ ਇੱਕ ਲਾਜਵਾਬ ਸੀ। ਪਰ ਸਮੇਂ-ਸਮੇਂ 'ਤੇ ਜਿਸ ਤਰ੍ਹਾਂ ਉਹਦੇ ਨਾਲ ਹੁੰਦੀਆਂ ਰਹੀਆਂ, ਖਾਸ ਕਰਕੇ 26 ਜਨਵਰੀ ਤੋਂ ਬਾਅਦ ਜਿਹੜੀਆਂ ਘਟਨਾਵਾਂ ਵਾਪਰੀਆਂ, ਉਹ 'ਚ ਬਹੁਤ ਸਾਰੇ ਉਹਦੇ ਮਗਰ ਪੈ ਗਏ। ਜਿਸ ਤਰ੍ਹਾਂ ਕਈ ਤਰ੍ਹਾਂ ਦੇ ਤਖੱਲਤ ਦੇ ਕੇ ਉਹਨੂੰ ਵੰਗਾਰਿਆ ਗਿਆ, ਭਾਵੇਂ ਕਿਸੇ ਨੇ ਗਦਾਰ ਕਿਹਾ, ਕਿਸੇ ਨੇ ਕੁਛ ਕਿਹਾ। ਪਰ ਮੈਂ ਜਦੋਂ ਉਹਦਾ ਦੇਖਿਆ ਨਾ, ਉਹ ਇੱਕ ਜਿਸ ਤਰ੍ਹਾਂ ਕਿਸਾਨ ਵਿਰੋਧੀ ਬਿੱਲ ਆਏ ਸੀ, ਕਿਸਾਨਾਂ ਪ੍ਰਤੀ ਉਹਦਾ ਦਰਦ ਸੀ, ਪਰ ਉਸ ਤੋਂ ਬਾਅਦ ਉਹਦਾ ਸਾਡੀ ਸਿੱਖ ਕੌਮ ਪ੍ਰਤੀ ਜੋ ਉਹਦਾ ਨਜ਼ਰੀਆ ਸੀ, ਇੱਕ ਬਹੁਤ ਵੱਡੀ ਸੋਚ ਸੀ ਉਹਦੀ। ਕਿਉਂਕਿ ਜਿੱਥੇ ਉਹਨੇ ਉਹ ਕਿਸਾਨ ਵਿਰੋਧੀ ਬਿੱਲਾਂ ਦੀ ਮੁਖਾਲਫਤ ਕਰੀ, ਉਹਨਾਂ ਨੂੰ ਖਤਮ ਕਰਾਉਣ ਵਾਸਤੇ ਸਮੇਂ 'ਤੇ ਉਹਨੇ ਉਹ ਕਰਿਆ। ਇਸੇ ਤਰ੍ਹਾਂ ਉਹ ਪੰਥਕ ਮੁੱਦੇ ਵੀ ਉਭਾਰਦਾ ਰਿਹਾ। ਮੈਂ ਗੱਲ ਕਰਾਂ ਆਨੰਦ ਪ੍ਰਸਾਦ ਦੇ ਮਤੇ ਦੀ, ਜਿਹੜਾ ਕਿ ਉਸ ਟਾਈਮ ਰਵਾਇਤੀ ਅਕਾਲੀਆਂ ਨੇ ਆਨੰਦ ਪ੍ਰਸਾਦ ਅਰਦਾਸ ਕਰਕੇ ਤਖ਼ਤ ਸਾਹਿਬ 'ਤੇ ਬਣਾਇਆ ਸੀ, ਪਰ ਉਹਨੂੰ ਵੀ ਵਿਸਾਰ ਚੁੱਕੇ ਸੀ। ਪਰ ਉਹਨੂੰ ਦੁਬਾਰਾ ਸਰਜੀਤ ਕਰਨ ਵਾਲਾ ਸਿਹਰਾ ਹੈ ਜਿਹੜਾ, ਉਹ ਦੀਪ ਸਿੱਧੂ ਨੂੰ ਜਾਂਦਾ। ਉਹਦੀ ਬਹੁਤ ਵੱਡੀ ਸੋਚ ਸੀ। ਪਰ ਜੇ ਮੈਂ ਜਿਹੜਾ ਮੌਕੇ 'ਤੇ ਵਰਤਾਰਾ ਵਰਤਿਆ, 11 ਜਨਵਰੀ ਨੂੰ ਜਿਹੜਾ ਬੰਦੀ ਸਿੰਘਾਂ ਦੀ ਰਿਹਾਈ ਵਾਸਤੇ ਸ੍ਰੀ ਫਤਿਹਗੜ੍ਹ ਸਾਹਿਬ ਤੋਂ ਰੋਸ ਮਾਰਚ ਕੱਢਿਆ ਜਾ ਰਿਹਾ ਸੀ,
ਉਹ 'ਚ ਜਥੇਦਾਰ ਜੀ ਵੱਲੋਂ ਹੀ ਮੈਨੂੰ ਸੁਨੇਹੇ ਲੱਗਦੇ ਰਹੇ ਵੀ ਦੀਪ ਸਿੱਧੂ ਦਾ ਨੌਜਵਾਨੀ 'ਚ ਬਹੁਤ ਵੱਡਾ ਰੋਲ ਹੈ। ਨੌਜਵਾਨੀ ਹੈ ਜਿਹੜੀ ਉਹਨੂੰ ਆਪਣਾ ਰੋਲ ਮਾਡਲ ਮੰਨਦੀ ਹੈ ਵੀ ਬਾਪੂ ਜੀ ਉਹਨੂੰ ਜ਼ਰੂਰ ਤੁਸੀਂ ਸੱਦਾ ਲਾਓ, ਮੇਰੇ ਵੱਲੋਂ ਸੁਨੇਹਾ ਉਹਨੂੰ ਜ਼ਰੂਰ ਦਿਓ। ਮੇਰੀ ਉਹਨਾਂ ਦਿਨਾਂ 'ਚ ਦੀਪ ਨਾਲ ਗੱਲ ਹੁੰਦੀ ਰਹੀ। ਆਖਰ ਉਹ ਆਪਣੇ ਰੁਝੇਵੇਂ ਛੱਡ ਕੇ 11 ਤਰੀਕ ਨੂੰ ਚੰਡੀਗੜ੍ਹ ਪਹੁੰਚਿਆ, ਕਿਉਂਕਿ ਉਹ ਲੇਟ ਉਤਰਿਆ। ਏਅਰਪੋਰਟ 'ਤੇ ਉਤਰ ਕੇ ਉੱਥੇ ਪਹੁੰਚ ਗਿਆ। ਮੈਂ ਉਹਨੂੰ ਕਹਿ ਵੀ ਜਿੱਥੇ ਆਪਣੀ ਸਮਾਪਤੀ ਹੋਣੀ ਆ, ਆਪਾਂ ਨੇ ਮੈਮੋਰੰਡਮ ਦੇਣਾ, ਤੂੰ ਉੱਥੇ ਪਹੁੰਚ ਜੀ। ਉੱਥੇ ਪਹੁੰਚ ਗਿਆ। ਹਾਲਾਂਕਿ ਮੇਰੀ ਕਿਸੇ ਤਰ੍ਹਾਂ ਦੀ ਉਹ ਨਹੀਂ, ਜਿਸ ਤਰ੍ਹਾਂ ਜਦੋਂ ਉੱਥੇ ਸੰਗਤਾਂ ਪਹੁੰਚੀਆਂ, ਵੱਡਾ ਇਕੱਠ ਸੀ, ਉੱਥੇ ਥੋੜ੍ਹਾ ਜਿਹਾ ਮਾਹੌਲ ਵੀ ਗਰਮ ਹੋਇਆ। ਉਹਨੂੰ ਸ਼ਾਂਤ ਕਰਨ ਵਾਸਤੇ ਵੀ ਕਾਫੀ ਜ਼ੋਰ ਲਾਉਣਾ ਪਿਆ। ਉੱਧਰ ਪ੍ਰਸ਼ਾਸਨ ਬਾਰ-ਬਾਰ ਸਾਨੂੰ ਕਹਿ ਰਿਹਾ ਸੀ ਵੀ ਗਵਰਨਰ ਸਾਹਿਬ ਵੇਟ ਕਰ ਰਹੇ, ਉਹ ਉੱਠ ਕੇ ਚਲੇ ਜਾਣਗੇ, ਤੁਸੀਂ ਜਲਦੀ ਕਰੋ, ਜਿਹੜਾ ਡੈਪੂਟੇਸ਼ਨ ਤੁਹਾਡਾ ਮੈਮੋਰੰਡਮ ਲੈ ਕੇ ਜਾਣਾ ਵੀ ਉਹਨੂੰ ਜਲਦੀ ਤੁਸੀਂ ਤੋਰੋ। ਆਖਰ ਜਦੋਂ ਤੁਰਨ ਲੱਗੇ, ਕਈਆਂ ਨੂੰ ਮੈਂ ਫੋਨ ਲਾਏ, ਮੌਕੇ 'ਤੇ ਨਾ ਪਹੁੰਚੇ। ਜਿਹੜੇ ਹੈ ਸੀ ਉਹਨਾਂ ਨੂੰ ਨਾਲ ਲੈ ਕੇ ਮੈਂ ਉੱਥੇ ਇਸ਼ਾਰਾ ਕਰਤਿਆ ਦੀਪ ਨੂੰ, ਮਾਂ ਦੀਪ ਤੂੰ ਵੀ ਚੱਲ। ਯੋਗਰਾਜ ਵੀ ਉੱਥੇ ਮੌਕੇ 'ਤੇ ਖੜਿਆ ਸੀ। ਮੈਂ ਯੋਗਰਾਜ ਨੂੰ ਵੀ ਕਹਿਤਾ, ਉਹ ਵੀ ਗੱਡੀ 'ਚ ਬੈਠ ਕੇ। ਕੋਈ ਨਾ ਪਲਾਨ ਸੀ ਵੀ ਉਹਨੂੰ ਮੈਂ ਕਿਸੇ ਤਰ੍ਹਾਂ ਅੱਗੇ ਲਿਆਉਣਾ ਜਾਂ ਹੋਰ ਕਰਨਾ। ਇੱਕ ਕੁਦਰਤੀ ਚਲੋ ਪਿਆਰ ਹੋਣ ਕਰਕੇ ਮੈਨੂੰ ਇੱਕ ਲੱਗਿਆ ਵੀ ਇੱਕ ਸਿਆਣਾ ਗੱਲ ਕਰਨ ਵਾਸਤੇ ਵੀ ਸਾਨੂੰ ਚਾਹੀਦਾ। ਮੈਂ ਦੀਪ ਦੀ ਉਹ ਸ਼ਖਸੀਅਤ ਤੋਂ ਜਾਣੂ ਸੀ ਵੀ ਹਰ ਇੱਕ ਪੱਖ ਤੋਂ ਨਾ ਉਹ ਸਿਆਣਾ ਬਹੁਤ ਹੈ, ਪੜ੍ਹਿਆ ਲਿਖਿਆ, ਵਕੀਲ ਵੀ ਹੈ। ਲੋੜ ਹੈ ਕਿਉਂ ਇਸ ਤਰ੍ਹਾਂ ਦੇ ਉਸ। ਮੈਂ ਉਹਨੂੰ ਨਾਲ ਲੈ ਗਿਆ। ਉੱਥੇ ਜੋ ਗੱਲਬਾਤ ਹੋਈ, ਸਾਨੂੰ ਮੇਨ ਗੇਟ 'ਤੇ ਰੋਕਿਆ ਗਿਆ। 1 ਘੰਟਾ ਬਹਿਸ ਹੋਈ। ਮੈਂ ਉਹ ਉਦੋਂ ਵੀ ਸਪਸ਼ਟ ਕਰਿਆ, ਅੱਜ ਵੀ ਸਪਸ਼ਟ ਕਰਦਾ ਵੀ ਉਹ ਗੱਲਾਂ ਉਹਨੇ ਪ੍ਰਸ਼ਾਸਨ ਨਾਲ ਕੀਤੀਆਂ ਵੀ ਪ੍ਰਸ਼ਾਸਨ ਨੂੰ ਜਵਾਬ ਨਹੀਂ ਆਇਆ। ਇੱਕ ਉਹ ਪੜ੍ਹਿਆ ਲਿਖਿਆ ਹੋਣ ਕਰਕੇ ਐਡੀ ਉਹਦੀ ਬੁੱਧੀ ਸੀ, ਉਹ ਵੀ ਲਾਜਵਾਬ। ਆਖਰ ਉਹਨਾਂ ਨੇ ਕਿਹਾ ਵੀ ਤੁਸੀਂ 4 ਦਿਨ ਅੰਦਰ ਲਿਜਾ ਸਕਦੇ ਹਾਂ ਅਸੀਂ ਸਾਨੂੰ, ਜਦੋਂ ਕਿ ਪਹਿਲਾਂ ਕੋਰਾ ਸਾਨੂੰ ਜਵਾਬ ਦੇ ਰਹੇ ਸੀ ਵੀ ਮੈਮੋਰੰਡਮ ਤੁਸੀਂ ਇੱਥੇ ਪਹੁੰਚ ਜਾਓ। SDM ਮੌਕੇ 'ਤੇ ਸੀ ਵੀ ਅਸੀਂ ਗਵਰਨਰ ਤੱਕ ਪਹੁੰਚਾ ਦਿੰਦੇ। ਚਲੋ 4 ਬੰਦਿਆਂ ਦੀ ਉਸ ਟਾਈਮ ਅੰਦਰ ਐਂਟਰੀ ਕਰਾਈ ਗਈ। ਇੱਕ ਦਾਸ ਸੀ, ਵਕੀਲ ਅਮਰ ਸਿੰਘ ਚਾਹਲ, ਪ੍ਰੋਫੈਸਰ ਬਲਜਿੰਦਰ ਸਿੰਘ ਅਤੇ ਦੀਪ। ਮੈਂ ਦੀਪ ਨੂੰ ਕਿਹਾ ਮਨਦੀਪ ਚੱਲ। ਅੰਦਰ ਚਲੇ ਗਏ। ਅੰਦਰ ਜਾ ਕੇ ਫਿਰ ADC ਦੇ ਦਫ਼ਤਰ ਸਾਨੂੰ ਬਿਠਾਤਿਆ। ADC ਆਇਆ, ਉਹਦੇ ਨਾਲ ਵੀ ਗੱਲਬਾਤ ਹੋਈ। ਚਲੋ ਉਹ ਸਾਰੀਆਂ ਸਪਸ਼ਟ ਕਰੀਆਂ ਉਹਨੇ। ਆਖਰ ਉੱਥੇ ਉਹਨੂੰ ਮਜਬੂਰ ਹੋ ਕੇ ਕਹਿਣਾ ਪਿਆ ਵੀ 2 ਬੰਦੇ ਭੇਜੋ ਤੁਸੀਂ। ਮੈਂ ਫਿਰ ਉੱਥੇ ਚਹਿਲ ਸਾਹਿਬ ਦੀ ਅਤੇ ਦੀਪ ਦੀ ਡਿਊਟੀ ਲਾਈ ਵੀ ਤੁਸੀਂ ਦੋਵੇਂ ਸਿਆਣੇ ਆ ਕਿ ਉਹ ਮੈਮੋਰੰਡਮ ਹੈ ਜਿਹੜਾ ਉਹ ਪੂਰਾ ਉਸ ਨਾਲ ਜਿੰਨੀ ਪੂਰੀ ਜਾਣਕਾਰੀ ਸੀ ਜੈਨੂਅਨ ਤਿਆਰ ਕਰਿਆ, ਕਿਉਂਕਿ ਉਸ ਮੈਮੋਰੰਡਮ 'ਤੇ ਵੀ ਕਿੰਤੂ ਪ੍ਰੰਤੂ ਕੀਤਾ ਗਿਆ ਕਈਆਂ ਵੱਲੋਂ ਬਈ ਇਹ ਤਾਂ ਠੀਕ ਨਹੀਂ ਸੀ ਜੀ, ਦੂਜਾ ਠੀਕ ਸੀ। ਪਰ ਉਹ ਮੈਮੋਰੰਡਮ ਲੈ ਕੇ ਚਹਿਲ ਸਾਹਿਬ, ਜਿਸ 'ਚ ਉਹਨਾਂ ਤਕਰੀਬਨ 12 ਸਿੰਘਾਂ ਦਾ ਜ਼ਿਕਰ ਸੀ ਜਿਨ੍ਹਾਂ ਦੇ ਬਣਦੇ ਸੀ, ਜਾ ਕੇ ਉਹਨਾਂ ਨੇ ਦੋਵਾਂ ਨੇ ਗੱਲ ਕਰੀ ਅੰਦਰ ਗਵਰਨਰ ਨਾਲ। ਮੈਨੂੰ ਚਹਿਲ ਸਾਹਿਬ ਨੇ ਆਪ ਦੱਸਿਆ ਵੀ ਦੀਪ ਨੇ ਇਸ ਤਰੀਕੇ ਨਾਲ ਗੱਲ ਕਰੀ ਗਵਰਨਰ ਨੂੰ, ਉਹਨੂੰ ਇਸ ਤਰ੍ਹਾਂ ਕਨਵਿੰਸ ਕਰਾਤਿਆ ਵੀ ਉਹਨੂੰ ਮਜਬੂਰ ਹੋ ਕੇ ਕਹਿਣਾ ਪਿਆ ਵੀ ਜਿਨ੍ਹਾਂ ਦੀ ਸਜ਼ਾ 25 ਸਾਲ ਤੋਂ ਉੱਪਰ ਬਣਦੀ ਹੈ ਮੈਂ ਉਹਨਾਂ ਦੀ ਰਿਹਾਈ ਜਲਦੀ ਕਰਾਵਾਂਗਾ। ਦੀਪ ਨੇ ਉੱਥੇ ਦੁਆਰੇ ਫਿਰ ਉਹਨਾਂ ਨੂੰ ਕਿਹਾ ਵੀ ਦੁਆਰੇ ਸਾਨੂੰ ਮੀਟਿੰਗ ਦਾ ਸਮਾਂ ਮਿਲ ਸਕਦਾ ਵੀ ਦੁਆਰੇ ਮਿਲ ਕੇ ਤੁਹਾਨੂੰ। ਉਹਨੇ ਫਿਰ ਦੁਆਰੇ ਇੱਕ ਗੱਲ ਕਹੀ ਜਿਹੜੀ ਦੀਪ ਨੇ ਵੀ ਉੱਥੇ ਕਹੀ ਆ ਕੇ ਦੁਆਰੇ ਘੱਟ 'ਚ, ਬਈ ਮੈਂ ਗਵਰਨਰ ਗੱਲ ਕਰ ਰਿਹਾ, ਕੋਈ ਮੇਰੇ ਕੋਲ ਪੂਰੀਆਂ ਪਾਵਰਾਂ, ਮੈਂ ਇਹ 25 ਸਾਲ ਦੇ ਉੱਪਰ ਦੇ ਜਿਹੜੇ ਬਾਹਰਲੇ 2 ਸਿੰਘ ਹੈ, ਭਾਈ ਦਵਿੰਦਰਪਾਲ ਸਿੰਘ ਭੁੱਲਰ, ਉਹਦਾ ਦਿੱਲੀ ਦਾ ਕੇਸ ਹੈ, ਭਾਈ ਗੁਰਦੀਪ ਸਿੰਘ ਖਹਿੜਾ ਜਿਨ੍ਹਾਂ ਦਾ ਕੇਸ ਕਰਨਾਟਕਾ ਦਾ ਸੀ, ਵੀ ਉਹਨਾਂ ਦੀ ਵੀ ਸਿਫਾਰਿਸ਼ ਕਰਕੇ ਮੈਂ ਰਿਹਾਈ ਕਰਾਵਾਂਗਾ। ਆ ਗਏ ਉਹ, ਆ ਕੇ ਸੰਗਤਾਂ 'ਚ ਸੁਨੇਹਾ ਜਿਹੜਾ ਉੱਥੇ ਗਵਰਨਰ ਨਾਲ ਹੋਇਆ ਸੀ ਉਹ ਦੀਪ ਨੇ ਵੀ ਅਤੇ ਮੈਂ ਵੀ, ਚਹਿਲ ਸਾਹਿਬ ਨੇ ਵੀ ਉਹ ਸੰਗਤਾਂ ਦੇ ਰੂਬਰੂ ਕਰਿਆ। ਸਾਰਿਆਂ ਨੂੰ ਪਤਾ ਲੱਗਿਆ ਵੀ ਹਾਂ ਚਲੋ ਵੱਡੀ ਪ੍ਰਾਪਤੀ ਸੀ। ਇੱਕ ਬਲਜਿੰਦਰ ਸਿੰਘ ਵੀ ਸੀਗੇ ਉਦੋਂ, ਪ੍ਰੋਫੈਸਰ ਬਲਜਿੰਦਰ ਸਿੰਘ ਵੀ ਮੌਕੇ 'ਤੇ ਸੀ, ਹੋਰ ਵੀ ਬਹੁਤ ਸਾਰੇ ਸੀ ਜੀ। ਸੰਗਤਾਂ ਬਹੁਤ ਬੇਹੱਦ ਘੱਟ ਸੀ। ਉਹ ਗੱਲ ਚਲੋ ਸੰਗਤਾਂ 'ਚ ਇੱਕ ਹੌਸਲਾ ਬਣਿਆ, ਆਸ ਹੋਈ ਵੀ ਗਵਰਨਰ ਨੇ ਇਹ ਗੱਲ ਕਹੀ ਹੈ ਵੀ ਉਹਨਾਂ ਬੰਦੀ ਸਿੰਘਾਂ ਦੀ ਜਲਦੀ ਰਿਹਾਈ ਕਰਾਵਾਂਗਾ ਮੈਂ। ਪਰ ਉਸ ਤੋਂ ਕਈ ਈਰਖਾਵਾਸ ਵਾਲਿਆਂ ਨੇ, ਮੈਂ ਤਾਂ ਕਹਿੰਦਾ ਛੋਟੀ ਸੋਚ ਵਾਲਿਆਂ ਨੇ, ਉਹ ਉਂਗਲਾਂ ਦੀਪ 'ਤੇ ਚੁੱਕਣੀਆਂ ਸ਼ੁਰੂ ਕਰਤੀਆਂ
ਵੀ ਉਹਨੂੰ ਲਿਆ ਕੇ ਪੰਥ ਦੇ ਸਿਰ ਤੇ ਬਿਠਾ ਤਿਆ ਜੀ। ਹੋਰ ਹੈ ਕਈਆਂ ਨੇ, ਮੈਂ ਸਪਸ਼ਟ ਕਰ ਦਿਆਂ, ਇੱਕ ਤਾਂ ਉਹਨਾਂ ਦਿਨਾਂ 'ਚ ਐਡਵੋਕੇਟ ਜਸਪਾਲ ਸਿੰਘ ਮੰਝਪਰੇ ਜਿਹੜੀ ਪੋਸਟ ਦਾ ਉਹ ਜ਼ਿਕਰ ਕਰ ਰਿਹਾ ਉਸ ਆਡੀਓ 'ਚ ਜਿਹੜੀ ਤੁਹਾਡੇ ਨਾਲ ਵੀ ਗੱਲ ਹੋਈ ਹੈ, ਉਸ ਨੇ ਉਹ ਪਾਈ ਹੈ ਵੀ ਇੱਕ ਸੁਰ ਘੁੰਮ ਉਹ ਪੰਥ ਦੇ ਸਿਰ ਤੇ ਬਿਠਾ ਦਿਆ। ਕਿਉਂਕਿ ਉੱਥੇ ਨਾ ਕੋਈ ਆਪਾਂ ਕਿਸੇ ਤਰ੍ਹਾਂ ਦਾ ਪੰਥਕ ਉਹ ਸੀ, ਉਹ ਤਾਂ ਇੱਕ ਗਵਰਨਰ ਨਾਲ ਮੀਟਿੰਗ ਸੀ, ਉਸ 'ਚ ਜਸਪਾਲ ਸਿੰਘ ਮੰਝਪੁਰ ਨੇ ਪਾਈ ਸੀ ਪੋਸਟ। ਬਿਲਕੁਲ ਪਾਈ ਜੀ। ਉਹਦਾ ਜੋ ਉਹਨੇ ਜਵਾਬ ਦਿੱਤਾ ਉਹ ਸਾਰੀ ਸੰਗਤਾਂ ਨੂੰ ਪਤਾ, ਪੜ੍ਹ ਕੇ ਵੀ ਸੁਣਾਇਆ ਮੈਂ, ਪੜ੍ਹ ਕੇ ਸੁਣਾਇਆ ਜੀ। ਉਹ ਉਹਦੇ ਵੱਲੋਂ ਸੀ। ਇਹ ਮੈਂ ਤਾਂ ਕਹਿੰਦਾ ਇੱਕ ਸਾਡੀ ਸੋਚ ਦਾ ਨਾ, ਘਟੀਆ ਸੋਚ ਦਾ ਜਨਾਜ਼ਾ ਸੀ ਜਿਹੜਾ ਉਹ ਕਰਿਆ। ਕਿਉਂਕਿ ਉਹਨਾਂ ਦੇ ਪਿੱਛੇ ਇੱਕ ਸੋਚ ਉਹ ਕੰਮ ਕਰ ਰਹੀ ਹੈ ਵੀ ਜਿਹੜੀ ਜਥੇਦਾਰ ਜਗਤਾਰ ਸਿੰਘ ਹਵਾਰਾ ਨੂੰ ਜਥੇਦਾਰ ਵੀ ਨਹੀਂ ਮੰਨਦੀ। ਪਰ ਉਹ ਹੋਇਆ। ਉਸ ਤੋਂ ਦੂਜੇ ਦਿਨ ਇੱਕ ਆਡੀਓ ਦਿੱਲੀ ਤੋਂ ਹੈ, ਦਲਜੀਤ ਸਿੰਘ ਜਿਹੜਾ ਮੁਲਾਕਾਤੀ ਵੀ ਹੈ, ਹਾਲਾਂਕਿ ਹਵਾਰਾ ਸਾਹਿਬ ਦਾ ਮੁਲਾਕਾਤੀ, ਹਾਂਜੀ ਉਹਨਾਂ ਦਾ ਮੁਲਾਕਾਤੀ ਹੈ, ਪਰ ਉਹਨੇ ਬੋਲ ਕੇ ਪਾਤੀ। ਦੀਪ ਦੇ ਖਿਲਾਫ ਵੀ ਬੋਲਿਆ, ਉਹਨੇ ਮੇਰੇ ਖਿਲਾਫ ਵੀ ਬਹੁਤ ਦੋਸ਼ ਲਾਏ। ਪਰ ਮੈਂ ਉਹ ਇੱਕ ਪੰਥ ਦਾ ਭਲਾ ਸਮਝ ਕੇ ਹੋਰ ਕਰਕੇ ਚੁੱਪ ਕਰ ਗਿਆ, ਮੌਕੇ 'ਤੇ ਨਾ ਜਵਾਬ ਦਿਆ। ਪਰ ਮੈਂ ਇੱਕ ਗੱਲ ਦਾ ਉਹਦੀ ਬਾਅਦ ਦਲੀਲ ਜਵਾਬ ਦੇ ਸਕਦਾ। ਉਹ ਸਿਰਫ ਈਰਖਾ ਸੀ ਵੀ ਇਹਦਾ, ਹਾਲਾਂਕਿ ਉਹਨੂੰ ਇਸ ਤਰ੍ਹਾਂ ਦੀ ਕੋਈ ਉਹਦੀ ਮਨਸਾ ਨਹੀਂ ਸੀ ਵੀ ਮੈਂ ਇਹਦਾ ਕ੍ਰੈਡਿਟ ਲਿਆ ਜਾਂ ਮੈਨੂੰ ਜਾਵੇ। ਨਾ ਉਹਦੀ ਕੋਈ ਇਲੈਕਸ਼ਨ ਲੜਨ ਦੀ ਉਹ ਸੀ, ਨਾ ਸਾਡੇ ਨਾਲ ਕੋਈ ਗੱਲਬਾਤ ਹੋਈ ਉਹਦੇ ਇਲੈਕਸ਼ਨ ਬਾਰੇ। ਸਿਰਫ ਇਹ ਬੰਦੀ ਸਿੰਘਾਂ ਦੀ ਰਿਹਾਈ ਵਾਸਤੇ। ਪਰ ਉਹਦੇ ਮਨ 'ਚ ਇੱਕ ਤੜਫ ਸੀ। ਉਹ ਉੱਥੇ ਵੀ ਉਹਨੇ ਸੁਨੇਹਾ ਦਿੱਤਾ ਵੀ ਸਾਨੂੰ ਅੱਜ ਗਵਰਨਰ 'ਤੇ ਭਰੋਸਾ ਕਰਕੇ ਬੈਠ ਨਹੀਂ ਜਾਣਾ ਚਾਹੀਦਾ, ਸਾਨੂੰ ਇਹਦੇ ਵਾਸਤੇ ਪੂਰਾ ਤਿਆਰ ਰਹਿਣਾ ਚਾਹੀਦਾ, ਕਿਉਂਕਿ ਅਸੀਂ ਬੰਦੀ ਸਿੰਘਾਂ ਦੀ ਰਿਹਾਈ ਕਰਾਉਣੀ ਹੈ। ਉਹਨੂੰ ਵੀ ਪਤਾ ਲੱਗਿਆ ਉਹਨਾਂ ਗੱਲਾਂ ਦਾ। ਵੈਸੇ ਜਦੋਂ ਦੀਪ ਸਿੱਧੂ ਦੇ ਖਿਲਾਫ ਇਹ ਸਾਰੀ ਵੀਡੀਓ ਮੰਝਪੁਰ ਸਾਹਿਬ ਨੇ ਪੋਸਟ ਪਾਤੀ, ਦਿਲਜੀਤ ਸਿੰਘ ਜਿਹੜੇ ਤੁਸੀਂ ਦੱਸਦੇ ਹੋ ਉਹ ਬੋਲਣ ਲੱਗ ਗਏ, ਤਾਂ ਇੱਕ ਜ਼ਾਹਿਰ ਜੀ ਗੱਲ ਹੈ ਦੀਪ ਸਿੱਧੂ ਨੂੰ ਵੀ ਪਤਾ ਲੱਗਿਆ ਹੋਊਗਾ। ਉਹ ਕਿਉਂਕਿ ਤੁਸੀਂ ਹਮੇਸ਼ਾ ਸਾਡੇ ਕੋਲ ਵੀ, ਜਾਂ ਤੁਸੀਂ ਦੀਪ ਸਿੱਧੂ ਨੂੰ ਹਮੇਸ਼ਾ ਹੀ ਇੱਕ ਚੰਗੇ ਰੂਪ ਦੇ ਵਿੱਚ, ਜਾਂ ਉਹਦੀ ਸਿਫਤ ਅਸੀਂ ਸੁਣੀ ਆ ਤੁਹਾਡੇ ਕੋਲੋਂ, ਪਰ ਕੀ ਦੀਪ ਸਿੱਧੂ ਨੇ ਫਿਰ ਤੁਹਾਨੂੰ ਵੀ ਸਵਾਲ ਕੀਤਾ ਵੀ ਇਹਨਾਂ ਨੂੰ ਚੁੱਪ ਕਰਾਓ ਜੀ, ਜੇ ਅਸੀਂ ਮੈਂ ਕਰ ਰਿਹਾ ਸਾਰਾ ਕੁਝ, ਜਾਂ ਦੀਪ ਸਿੱਧੂ ਨੇ ਫਿਰ ਉਹਨਾਂ ਦੀਆਂ ਪੋਸਟਾਂ ਦਾ ਜਵਾਬ ਕੀ ਦਿੱਤਾ, ਤੁਹਾਨੂੰ ਕੀ ਦਿੱਤਾ? ਨਹੀਂ ਦੇਖੋ, ਮੇਰੇ ਨਾਲ ਮੈਂ ਇਸ ਚੀਜ਼ ਨੂੰ ਮਹਿਸੂਸ ਕਰਿਆ ਵੀ ਮੇਰੇ ਕਰਕੇ ਜਿਹੜਾ ਮੈਂ ਦੀਪ ਨੂੰ ਬੁਲਾਇਆ, ਜਥੇਦਾਰ ਜੀ ਕਹਿਣ ਦੇ ਬੁਲਾਇਆ, ਉਹ ਆਇਆ। ਮੈਂ ਉਹ ਚੀਜ਼ ਦੀ ਮਹਿਸੂਸ ਕੀਤਾ ਵੀ ਉਹ ਮੇਰੇ ਕਰਕੇ ਹੀ ਸਾਰਾ ਕੁਝ ਉਹਨੂੰ ਕਿਹਾ ਗਿਆ। ਮੈਂ ਉਸ ਤੋਂ ਬਾਅਦ ਫੋਨ ਕਰਿਆ ਉਹਨੂੰ, ਮੈਂ ਦੀਪ ਮੈਂ ਮਿਲਣਾ, ਤੈਨੂੰ ਮੀਟਿੰਗ ਕਰਨੀ ਹੈ। ਉਸ ਤੋਂ ਮੇਰਾ ਖਿਆਲ ਹੈ ਵੀ 4 ਕੁ ਦਿਨ ਬਾਅਦ ਉਹ ਆਇਆ, ਮੈਨੂੰ ਬੁਲਾਇਆ ਉਹਨੇ, ਅਸੀਂ ਇਕੱਠੇ ਬੈਠੇ। ਚਲੋ ਮੈਂ ਉਹਨੂੰ ਹੌਸਲਾ ਦਿੱਤਾ ਵੀ ਕੋਈ ਗੱਲ ਨਹੀਂ, ਇਹੋ ਜਿਹੇ ਬਹੁਤ ਗੱਲਾਂ ਹੁੰਦੀਆਂ, ਕੋਈ ਨਹੀਂ, ਜਿਹੜਾ ਆਪਣਾ ਜਿਹੜਾ ਕਾਰਜ ਹੈ ਉਸ 'ਚ ਆਪਾਂ ਨੂੰ ਬਹੁਤ ਵੱਡੀ ਸਫਲਤਾ ਮਿਲੀ ਹੈ, ਗਵਰਨਰ ਨੇ ਹਾਂ ਕਰੀ ਹੈ। ਪਰ ਇੱਕ ਉਸ ਦੀ ਮੈਂ ਸੋਚ ਦਾ ਅੱਜ ਇੱਥੇ ਜ਼ਰੂਰ ਵਰਣਨ ਕਰਾਂਗਾ ਵੀ ਕਿੱਡੀ ਸੋਚ ਸੀ। ਮੈਨੂੰ ਕਹਿੰਦਾ ਬਾਪੂ ਜੀ, ਕਹਿੰਦਾ ਜਿਹੜੇ ਨਾਰਾਜ਼ ਹੋਏ ਆ ਨਾ, ਅੱਗੇ ਤੋਂ ਦੇਖੋ ਆਪਾਂ ਨੇ ਬੰਦੀ ਸਿੰਘਾਂ ਦੀ ਰਿਹਾਈ ਵਾਸਤੇ ਅਵੈਸਲੇ ਨਹੀਂ ਹੋਣਾ, ਆਪਾਂ ਨੇ ਉਹ ਕੰਮ ਕਰਨਾ ਜਿਹੜਾ ਆਪਾਂ ਸੰਗਤ 'ਚ ਵਾਅਦਾ ਕੀਤਾ। ਪਰ ਅੱਗੇ ਤੋਂ ਉਹਨਾਂ ਨੂੰ ਅੱਗੇ ਲਾਇਓ। ਇਸ ਲਈ ਜਸਪਾਲ ਸਿੰਘ ਮੰਝਪੁਰ ਦਾ ਨਾਂ ਲਿਆ ਉਹਨੇ, ਦਿੱਲੀ ਵਾਲਿਆਂ ਦਾ ਨਾਂ ਲਿਆ ਵੀ ਜਿਹੜੇ ਕੋਈ ਨਾਰਾਜ਼ ਹੈ ਬਾਪੂ ਜੀ, ਕਹਿੰਦਾ ਉਹਨਾਂ ਨੂੰ ਅੱਗੇ ਲਾ ਕੇ ਮੈਂ ਪਿੱਛੇ ਲੱਗਾਂਗਾ। ਦੇਖੋ ਕਿੱਡੀ ਬੜੀ ਸੋਚ ਹੈ, ਜਿਹਨੂੰ ਅਸੀਂ ਘੋਨਾ ਮੋਨਾ ਦੱਸਦੇ ਹਾਂ। ਉਹਦੀ ਪੰਥ ਪ੍ਰਤੀ ਕਿਹੜੀ ਸੋਚ ਸੀ, ਪਰ ਅਸੀਂ ਪਰਖ ਨਹੀਂ ਸਕੇ ਉਸ ਦੀ ਸੋਚ ਦਾ, ਜਿਹੜੀ ਉਹ ਲੈ ਕੇ ਆਇਆ ਸੀ, ਜਿਹੜੀ ਉਹਨੇ। ਪਰ ਅੱਜ ਮੈਂ ਇਹ ਸਪਸ਼ਟ ਕਰ ਦਿਆਂ ਵੀ ਜਿਹੜਾ ਉਹਦੇ ਖਿਲਾਫ ਬੋਲਿਆ ਗਿਆ, ਉਸ ਦਾ ਜਥੇਦਾਰ ਜਗਤਾਰ ਸਿੰਘ ਹਵਾਰਾ ਵੱਲੋਂ ਕੋਈ ਸਮਰਥਨ ਨਹੀਂ ਹੈ। ਉਹਨਾਂ ਨੇ ਉਹਨੂੰ ਜੋ ਵੀ ਹੁਕਮ ਲਾਇਆ ਉਹਨੇ ਸਿਰ ਮੱਥੇ ਹੀ ਮੰਨਦਾ ਰਿਹਾ, ਪਹਿਰਾ ਦਿੰਦਾ ਰਿਹਾ। ਉਹ ਬਹੁਤ ਸਤਿਕਾਰ ਕਰਦਾ ਸੀ ਉਹਨਾਂ ਦਾ। ਪਰ ਜਦੋਂ ਕਿਉਂਕਿ ਦੀਪ ਸਿੱਧੇ ਤੌਰ 'ਤੇ ਮੈਨੂੰ ਇਹ ਕਹਿੰਦਾ ਵੀ ਹਵਾਰਾ ਸਾਹਿਬ ਤੱਕ ਇਹ ਗੱਲ ਪਹੁੰਚਾਈ ਵੀ ਇਹ ਤਾਂ ਏਜੰਸੀਆਂ ਦਾ ਏਜੰਟ ਹੈ, ਬੰਦਾ ਸਰਕਾਰੀ ਹੈ, ਫਿਰ ਹਵਾਰਾ ਸਾਹਿਬ ਨੇ ਉਹਨਾਂ ਲੋਕਾਂ ਨੂੰ ਨਹੀਂ ਜਵਾਬ ਦਿੱਤਾ, ਜਾਂ ਉਹਨਾਂ ਨੂੰ ਕਿਹਾ ਨਹੀਂ ਵੀ ਤੁਸੀਂ ਕਮੇਟੀ 'ਚੋਂ ਬਾਹਰ ਹੋ ਜਾਓ ਜੀ? ਫਿਰ ਨਹੀਂ, ਵੈਸੇ ਗੱਲ ਉਹਨਾਂ ਤੱਕ ਨਹੀਂ ਪਹੁੰਚੀ ਆ। ਉਹ ਗੱਲ ਉਹਨਾਂ ਦੇ ਧਿਆਨ 'ਚ ਲਿਆ ਕੇ ਬਿਲਕੁਲ ਨਹੀਂ ਗੱਲ ਕਹੀ ਗਈ। ਨਾ ਉਹ ਇਸ ਗੱਲ ਨੂੰ ਮੰਨਣ ਨੂੰ ਤਿਆਰ ਸੀ ਵੀ ਦੀਪ ਦੇ ਖਿਲਾਫ ਉਹ ਇਸ ਤਰ੍ਹਾਂ ਦੀ ਗੱਲ ਸੁਣਨ ਨੂੰ ਤਿਆਰ ਹੁੰਦੇ। ਦੀਪ ਨੂੰ ਲੱਗਦਾ ਹੀ ਹੋਣਾ ਫਿਰ ਬਸ ਉਹਨੂੰ ਚਲੋ ਭੁਲੇਖਾ ਪੈ ਗਿਆ ਵੀ ਉਹਨਾਂ ਨੂੰ, ਕਿਉਂ ਉਹਨਾਂ ਨੇ ਉਹਨਾਂ ਦਾ ਨਾਂ ਵਰਤਿਆ। ਉਹ ਬਾਰ-ਬਾਰ ਕਹਿੰਦੇ ਰਹੇ ਵੀ ਅਸੀਂ ਉਹਦੇ ਉਹ ਹੈ, ਜਾਂ ਉਸ ਤੋਂ ਅਸੀਂ ਅਸਤੀਫਾ ਦੇ ਦੇਂਗੇ, ਪਾਸੇ ਹੋ ਜਾਏਂਗੇ।
ਉਹਦਾ ਜਥੇਦਾਰ ਜਗਤਾਰ ਸਿੰਘ ਹਵਾਰਾ ਦਾ ਨਾਂ ਵਰਤਦੇ ਰਹੇ ਉਹਨਾਂ 'ਚ, ਪਰ ਉਹਨਾਂ ਦਾ ਇਸ ਨਾਲ ਕੋਈ ਉਹ ਨਹੀਂ ਸੀ। ਅੱਜ ਮੈਂ ਨਾ ਇਸ ਨਾਲ ਹਵਾਰਾ ਕਮੇਟੀ ਦਾ ਕੋਈ ਸੰਬੰਧ ਹੈ, ਨਾ ਵਰਲਡ ਸਿੱਖ ਪਾਰਲੀਮੈਂਟ ਦਾ, ਨਾ ਅਕਾਲੀ ਉਸ ਦਾ, ਕਿਉਂਕਿ ਚਾਰੇ ਜਥੇਬੰਦੀਆਂ ਜਿਹੜੀ ਇਹ ਜਥੇਦਾਰ ਜਗਤਾਰ ਸਿੰਘ ਹਵਾਰਾ ਦੀ ਸੋਚ 'ਤੇ ਪਹਿਰਾ ਦੇ ਰਹੀਆਂ। ਅਸੀਂ ਉਹਨੂੰ ਕੌਮੀ ਸ਼ਹੀਦ, ਕੌਮੀ ਯੋਧਾ ਮੰਨਦੇ ਹਾਂ, ਕਿਉਂਕਿ ਕੌਮ ਪ੍ਰਤੀ ਉਹਦੀ ਵੱਡੀ ਦੇਣ ਹੈ, ਸੰਘਰਸ਼ ਪ੍ਰਤੀ ਵੱਡੀ ਦੇਣ ਹੈ। ਜਿੱਥੇ ਮੈਂ ਤਾਂ ਦੇਖੋ ਨਿੱਜੀ ਤੌਰ 'ਤੇ ਉਹਨੂੰ ਬਹੁਤ ਵੱਡਾ ਯੋਧਾ ਮੰਨਦਾ, ਜਿਹਨੇ ਉਹਨੇ ਕਾਰਜ ਕਰੇ ਹੈ। ਮੈਂ ਉਹਨੂੰ ਨੇੜੇ ਤੋਂ ਬਾਚਿਆ ਵੀ ਬਹੁਤ ਵੱਡੇ ਉਹ ਸੀ, ਪਰ ਜਿਹੜੀ ਉਹ ਅੱਜ ਜਾਗ ਲਾ ਗਿਆ ਨਾ ਨੌਜਵਾਨੀ ਨੂੰ, ਇਹ ਆਉਣ ਵਾਲੇ ਦਿਨਾਂ 'ਚ ਜ਼ਰੂਰ ਵੱਡਾ ਬੂਟਾ ਬਣ ਕੇ ਫੜ ਲਵੇਗੀ। ਮੈਂ ਇੱਥੇ ਅੱਜ ਉਹਨਾਂ ਨੂੰ ਵੀ ਮੈਂ ਬੇਨਤੀ ਕਰਦਾ ਕਿ ਛੋਟੀ ਛੋਟੀ ਗੱਲਾਂ ਪਿੱਛੇ ਕਿਉਂ ਅਸੀਂ ਉਹ ਨਫ਼ਰਤ ਦੇ ਵਹਾਅ 'ਚ ਬਹਿ ਕੇ ਨਾ ਉਸ ਹੀਰੇ ਨੂੰ ਗਵਾ ਬੈਠੇ। ਅੱਗੇ ਤੋਂ ਮੇਰੀ ਬੇਨਤੀ ਹੈ ਵੀ ਨਫ਼ਰਤ ਦਾ ਬੀਜ ਨਾ ਬੀਜੋ, ਕਿਉਂਕਿ ਅਸੀਂ ਗੁਰੂ ਨੂੰ ਮੰਨਣ ਵਾਲੇ ਹਾਂ। ਹਮ ਨਹੀਂ ਚੰਗੇ ਬੁਰਾ ਨਹੀਂ ਕੋਈ। ਜੇ ਅਸੀਂ ਇਸ ਸਿਧਾਂਤ 'ਤੇ ਪਹਿਰਾ ਦਿੰਦੇ ਹੋਏ ਗੁਰੂ ਦਾ ਹੁਕਮ ਮੰਨ ਕੇ ਅੱਗੇ ਚੱਲਾਂਗੇ ਤਾਂ ਅਸੀਂ ਕੌਮ ਵਾਸਤੇ ਵੱਡੀਆਂ ਪ੍ਰਾਪਤੀਆਂ ਕਰ ਸਕਦੇ ਹਾਂ। ਇਸ ਕਰਕੇ ਇਸ ਤਰ੍ਹਾਂ ਦੇ ਆਉਣ ਵਾਲੇ ਹੀਰਿਆਂ ਨੂੰ ਕਦੇ ਅਸੀਂ ਗਵਾ ਨਾ ਲਈਏ ਵੀ ਜਿਹੜੇ ਦੀਪ ਸਿੱਧੂ ਦੇ ਵਾਰਸ ਬਣਨਗੇ। ਜਾਂ ਇੱਕ ਤਾਂ ਇਹ ਵੀ ਹੁੰਦਾ ਨਾ ਜੀ ਵੀ ਦੀਪ ਸਿੱਧੂ ਕੀ ਪਤਾ ਸੱਚੋਂ ਏਜੰਸੀਆਂ ਦਾ ਬੰਦਾ ਹੋਵੇ। ਕੀ ਦੀਪ ਸਿੱਧੂ ਦੀ ਮੌਤ ਤੋਂ ਬਾਅਦ ਜਿਹੜੇ ਲੋਕਾਂ ਨੇ ਉਹਨੂੰ ਏਜੰਸੀਆਂ ਦਾ ਬੰਦਾ ਦੱਸਿਆ, ਦਲਜੀਤ ਸਿੰਘ ਜਾਂ ਮੰਝਪੁਰ ਸਾਹਿਬ ਜਾਂ ਹੋਰ ਲੋਕ, ਫਿਰ ਉਹਨਾਂ ਨੇ ਉਸ ਤਰ੍ਹਾਂ ਹੀ ਰਿਐਕਟ ਕੀਤਾ ਜਾਂ ਫਿਰ ਉਹ ਵੀ ਫਿਰ ਮਤਲਬ ਕਿ ਉਹਦੀ ਮੌਤ ਤੋਂ ਬਾਅਦ ਜੀ ਸੋਗ ਮਨਾਉਣ ਦੇ ਵਿੱਚ ਵੀ ਜਿਸ ਤਰ੍ਹਾਂ ਲੋਕਾਂ ਦੇ ਪਿੱਛੇ ਵੀ ਹਾਂਜੀ ਹੁਣ ਤਾਂ ਯਾਰ ਸੋਗ ਮਨਾਉਣਾ ਪੈਣਾ, ਮਨਾਈਏ ਜੀ? ਦੇਖੋ ਹੁਣ ਉਹਨਾਂ ਦੀ ਪਤਾ ਉਹਨਾਂ ਨੂੰ ਵੀ ਉਹਨਾਂ ਕੀ ਸੋਚ ਹੈ ਉਹਦੇ ਪ੍ਰਤੀ, ਜਾਂ ਹੋਰ ਆਪਾਂ ਉਸ 'ਚ ਕੋਈ ਦਖਲਅੰਦਾਜ਼ੀ ਨਹੀਂ ਕਰਦੇ। ਜੇ ਉਹ ਸੋਗ ਮਨਾਉਂਦੇ ਜੀ ਤਾਂ ਇਹਦਾ ਮਤਲਬ ਫਿਰ ਉਹ ਕੈਸ਼ ਕਰਨਾ ਚਾਹੁੰਦੇ, ਪਹਿਲਾਂ ਹਵਾਰਾ ਸਾਹਿਬ ਨੂੰ ਕੈਸ਼ ਕਰਨਾ ਚਾਹੁੰਦੇ ਸੀਗੇ ਵੀ ਅਸੀਂ ਹਵਾਰਾ ਸਾਹਿਬ ਦੇ ਨਾਲ ਹੋ ਕੇ ਇਹੋ ਜਿਹੇ। ਇਸ ਕਰਕੇ ਬਾਪੂ ਜੀ ਮੈਂ ਕਹਿ ਰਿਹਾ ਵੀ ਕੌਮ 'ਚ ਦੁਫਾੜ ਨਾ ਹੋਵੇ ਕੌਮ, ਪਰ ਅਜਿਹੇ ਜਿਹੜੇ ਲੋਕ ਘਾਤਕ ਸਿੱਧ ਹੋ ਸਕਦੇ ਭਵਿੱਖ ਦੇ ਲਈ, ਉਹਨਾਂ ਦਾ ਚਿਹਰਾ ਤਾਂ ਨੰਗਾ ਹੋਣਾ ਚਾਹੀਦਾ ਨਾ ਜੀ। ਦੇਖੋ ਚਿਹਰੇ ਤਾਂ ਗੁਰੂ ਸਾਹਿਬ ਆਪੇ ਹੀ ਨੰਗੇ ਕਰ ਦਿੰਦਾ, ਮੰਦੇ ਕੰਮੀ ਨਾਨਕਾ ਜਦ ਤੱਕ ਮੰਦਾ ਹੋਏ। ਹੁਣ ਅੱਜ ਜਿਹੜੇ ਉਹਨਾਂ ਨੇ ਸ਼ਰਮ ਮਹਿਸੂਸ ਕਰ ਰਹੇ, ਮੈਂ ਕਹਿੰਦਾ ਉਹ ਕਿਸਾਨ ਆਗੂ ਵੀ ਜਾਂ ਮੌਕੇ ਦੇ ਕਾਮਰੇਡ ਵੀ ਜਿਹੜੇ ਉਹਨਾਂ ਦੇ ਖਿਲਾਫ ਬੋਲਦੇ ਰਹੇ, ਹੋਰ ਕਰਦੇ ਰਹੇ, ਅੱਜ ਉਹ ਜਿਸ ਤਰ੍ਹਾਂ ਜਿਹੜੇ ਨਿਸ਼ਾਨੇ ਨੂੰ ਲੈ ਕੇ ਉਹ ਆਇਆ ਸੀ ਜਾਂ ਗੁਰੂ ਸਾਹਿਬ ਤੋਂ ਬਖਸ਼ੀ ਸੋਚ ਦਾ ਪਹਿਰਾ ਦੇ ਰਿਹਾ ਸੀ, ਉਹ ਸੋਚ ਕੇਸਰੀ ਨਿਸ਼ਾਨ ਸਾਹਿਬ ਦਾ ਉਹ ਵਰਣਨ ਕਰਦਾ ਸੀ ਸਮੇਂ ਸਮੇਂ 'ਤੇ, ਕਿਉਂਕਿ ਉਹ ਵੀ ਕੇਸਰੀ ਨਿਸ਼ਾਨ ਸਾਹਿਬ ਸੀ ਜਿਹੜਾ ਲਾਲ ਕਿਲੇ 'ਤੇ ਚਲਾਇਆ ਗਿਆ। ਉਹਦਾ ਵੀ ਸਾਰਾ ਉਹ ਗੁੱਸਾ ਜਾਂ ਜੋ ਉਹਨੂੰ ਭੰਡਿਆ ਗਿਆ ਕੇਸਰੀ ਨਿਸ਼ਾਨ ਸਾਹਿਬ ਕਰਕੇ ਹੀ ਉਹਨੂੰ ਭੰਡਿਆ ਗਿਆ। ਪਰ ਉਹੀ ਕੇਸਰੀ ਨਿਸ਼ਾਨ ਸਾਹਿਬ ਜਿਸ ਦਿਨ ਉਹਦਾ ਸੰਸਕਾਰ ਹੋਇਆ, ਜਿਸ ਦਿਨ ਉਹਦਾ ਭੋਗ ਪਿਆ, ਉਸ ਕੇਸਰੀ ਨਿਸ਼ਾਨ ਸਾਹਿਬ ਇਹ ਝੁੱਲਿਆ, ਉਸ ਕੇਸਰੀ ਰੰਗ ਨੂੰ ਇਹ ਦਸਤਾਰਾਂ ਬੰਨ੍ਹ ਕੇ ਪਟਕੇ ਬੰਨ੍ਹ ਕੇ ਨੌਜਵਾਨਾਂ ਨੇ ਪਹਿਰਾ ਦਿੱਤਾ। ਉਹ ਬਹੁਤ ਵੱਡੀ ਆ। ਅੱਜ 90% ਜਿਹੜਾ ਪੰਜਾਬ ਦਾ ਨੌਜਵਾਨ ਹੈ ਉਹਨੂੰ ਆਪਣਾ ਰੋਲ ਮਾਡਲ ਮੰਨਦਾ, ਜਿਹੜੇ ਉਹਨੇ ਕੰਮ ਕਰੇ ਹੈ ਆਉਣ ਵਾਲੇ ਦਿਨਾਂ 'ਚ ਯਾਦ ਕਰਨਗੇ। ਮੈਂ ਅੱਜ ਇਹੀ ਅਰਦਾਸ ਕਰਦਾ ਵੀ ਜਿਹੜੀ ਉਹਦੇ ਵੱਲੋਂ ਬਣਾਈ ਵਾਰਸ ਪੰਜਾਬ ਦੇ ਜਥੇਬੰਦੀ ਹੈ, ਉਹਨੂੰ ਮਹਾਰਾਜ ਚੜ੍ਹਦੀ ਕਲਾ ਬਖਸ਼ਣ, ਔਰ ਉਹਦੇ ਜਿਹੜੇ ਰਹਿੰਦੇ ਕੰਮ ਹੈ ਉਹਨਾਂ ਨੂੰ ਪੂਰੇ ਕਰਨ ਦੀ ਉਹਨਾਂ ਨੂੰ ਸਫਲਤਾ ਬਖਸ਼ੇ। ਹੁਣ ਜਿਹੜਾ ਸੰਦੇਸ਼ ਭੇਜਿਆ ਗਿਆ ਜੀ, ਤਾਂ ਉਹ ਇੱਕ ਕਿਉਂਕਿ ਹੁਣ ਧਿਰ ਸਾਹਮਣੇ ਪਤਾ ਇਹ ਲੱਗਦਾ ਵੀ ਇੱਕ ਧੜੇਬੰਦੀ ਹੈ ਇਸੇ ਕਮੇਟੀ ਦੇ ਵਿੱਚ, ਜਿਹੜੀ ਜਿਵੇਂ ਤੁਸੀਂ ਦੱਸਿਆ ਵੀ ਦੂਜਿਆਂ ਦੀ ਸੋਚ 'ਤੇ ਪਹਿਰਾ ਦੇ ਰਹੀ ਹੈ, ਅਤੇ ਇੱਕ ਹਵਾਰਾ ਸਾਹਿਬ ਦੀ ਸੋਚ ਨਾਲ ਵੀ ਜਿਹੜੇ ਇੱਕ ਜਥੇਦਾਰ ਵੀ ਨਹੀਂ ਮੰਨ ਰਹੇ, ਇੱਕ ਜਥੇਦਾਰ ਕਬੂਲ ਕਰ ਰਹੇ ਨੇ, ਉਹਨਾਂ ਨੂੰ ਸਤਿਕਾਰ ਕਰ ਰਹੇ ਨੇ। ਤਾਂ ਕੀ ਜੋ ਹਵਾਰਾ ਸਾਹਿਬ ਨੇ ਸੰਦੇਸ਼ ਭੇਜਿਆ ਕਿਤੇ ਉਹੀ ਦੂਜੀ ਧਿਰ ਜਿਹੜੀ ਹੈਗੀ ਆ ਦੀਪ ਸਿੱਧੂ ਨੂੰ ਗਦਾਰ ਦੱਸਦੀ ਸੀ, ਉਹੀ ਤਾਂ ਨਹੀਂ ਲਿਖਾ ਕੇ ਲਿਆਏ ਜੀ ਫਿਰ? ਨਹੀਂ, ਦੇਖੋ ਸੰਦੇਸ਼ ਆਇਆ ਉਹਨਾਂ ਵੱਲੋਂ ਆਇਆ, ਪੜ੍ਹਿਆ ਗਿਆ, ਉੱਥੇ ਮੌਕੇ 'ਤੇ ਪੜ੍ਹਿਆ ਗਿਆ, ਮੈਂ ਵੀ ਹੈ ਸੀ। ਕੋਈ ਇਹੋ ਜਿਹੀ ਗੱਲ ਉਸ ਧਿਰ ਦੀ ਸੋਚ ਨਹੀਂ, ਕਿਉਂ ਉਹ ਇਸ ਤਰ੍ਹਾਂ ਹਰ ਇੱਕ ਦੀ ਉਸ 'ਚ ਜਿਹੜਾ ਕੋਈ ਨੈਗੇਟਿਵ ਸੋਚ ਹੋਵੇ ਉਸ ਦੇ ਪ੍ਰਭਾਵ ਥੱਲੇ ਆਉਣ ਵਾਲੇ ਨਹੀਂ। ਉਹ ਇਹੋ ਜਿਹੀ ਸ਼ਖਸੀਅਤ ਹੈ ਜਗਤਾਰ ਸਿੰਘ ਹਵਾਰਾ, ਉਹ ਪੂਰੀ ਸੋਝੀ ਹੈ ਉਹਨਾਂ ਨੂੰ। ਉਹਨਾਂ ਨੇ ਪੂਰਾ ਜੋ ਪਿਆਰ ਸੀ ਉਹਦੇ ਨਾਲ ਉਹ ਵਰਣਨ ਕਰਿਆ ਉਸ 'ਚ, ਜਾਂ ਜੋ ਉਹਦਾ ਬਣਦਾ ਸੀ ਹੱਕ ਉਹਨੂੰ ਸਤਿਕਾਰ ਦਿੱਤਾ ਉਹਨਾਂ ਨੇ। ਇਸ ਕਰਕੇ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ। ਜਿਹੜਾ ਆਇਆ ਸੰਦੇਸ਼ ਉਹਨਾਂ ਦਾ ਉਹਨਾਂ ਵੱਲੋਂ ਹੀ ਆਇਆ, ਅਤੇ ਉਹ ਜਾਇਜ਼ ਮੰਨਿਆ ਜਾਣਾ ਚਾਹੀਦਾ। ਇੱਕ
ਇੱਕ ਦੀਪ ਸਿੱਧੂ ਦੇ ਸ਼ਬਦ ਬੜੇ ਭਾਵੁਕ ਤੇ ਡੂੰਘੇ ਨੇ ਜੀ, ਬਈ ਯਾਰ ਥਲੀ ਇਹ ਤਾਂ ਆਪਣਾ ਬੰਦਾ ਹੀ ਨਹੀਂ ਪਛਾਣਦੇ ਯਾਰ ਕੌਣ ਹੈ, ਪਹਿਲਾਂ ਕਿਸਾਨ ਤੇ ਹੁਣ ਆਪਣੇ ਸਿੱਖ, ਤੇ ਇਹ ਆਪਣਾ ਬੰਦਾ ਹੀ ਨਹੀਂ ਪਛਾਣਦੇ। ਆਪਣਾ ਬੰਦਾ ਪਛਾਣੀਏ ਕਿਵੇਂ ਜੀ, ਕਿਉਂਕਿ ਸਾਨੂੰ ਲੀਡਰਾਂ ਨੇ ਲੁੱਟਿਆ ਕੁੱਟਿਆ ਬਹੁਤ ਹੈ, ਹਰੇਕ ਦੇ ਉੱਤੇ ਸ਼ੱਕ ਜ਼ਾਹਿਰ ਹੁੰਦਾ, ਪਰ ਚੰਗਾ ਕਿਵੇਂ, ਕਿਹੜੀ ਕਸਵੱਟੀ ਦੇ ਉੱਤੇ ਦੇਖੀਏ ਜੀ ਵੀ ਕਿਹੜਾ ਚੰਗਾ ਕਿਹੜਾ ਮਾੜਾ। ਦੇਖੋ ਸਾਡੀ ਇੱਕ ਬਦਕਿਸਮਤੀ ਹੈ ਵੀ ਜਿਹੜੀ ਅਸੀਂ ਨਾ ਉਸ ਨੂੰ ਇਸ ਜਹਾਨ ਤੋਂ ਜਾਣ ਤੋਂ ਬਾਅਦ ਹੀ ਬੰਦੇ ਦੇ ਕੀਤੇ ਕੰਮਾਂ ਨੂੰ ਯਾਦ ਕਰਦੇ ਹਾਂ, ਜਾਂ ਉਹਨੂੰ ਕਹਿੰਦੇ ਆ ਵੀ ਜੇ ਮੈਂ ਗੱਲ ਕਰਾਂ ਸੰਤ ਜਰਨੈਲ ਸਿੰਘ ਭਿੰਡਰਾਂ ਵਾਲੇ ਵੀ ਮੌਕੇ 'ਤੇ ਨਾ ਉਹਨਾਂ ਨੂੰ ਵੀ ਇਸੇ ਤਰ੍ਹਾਂ ਦਾ ਜਿਹੜਾ ਵਰਤਾਅ ਮਿਲਿਆ, ਜੋ ਉਹਨਾਂ ਨਾਲ ਸਲੂਕ ਹੋਇਆ, ਉਹਨਾਂ ਨੂੰ ਵੀ ਕਹੀ ਗਿਆ ਵੀ ਇਹ ਕਾਂਗਰਸ ਦਾ ਏਜੰਟ ਹੈ, ਗਿਆਨੀ ਜੈਲ ਸਿੰਘ ਨੇ ਭੇਜਿਆ ਉੱਥੇ, ਉਹਨੂੰ ਹਥਿਆਰ ਦਿੱਤੇ ਹੈ ਜੀ, ਉਹਨਾਂ ਨੂੰ ਵੀ ਇਸੇ ਤਰ੍ਹਾਂ ਜਿਹੜਾ ਮੌਕੇ 'ਤੇ ਬਦਨਾਮ ਕਰਦੇ ਰਹੇ। ਉਹੀ ਗੱਲਾਂ ਇਹਦੇ ਨਾਲ ਵਾਪਰੀਆਂ, ਭਾਵੇਂ ਕਿਸਾਨਾਂ ਨੇ ਵੀ ਉਹਨੂੰ ਪੂਰਾ ਬਦਨਾਮ ਕਰਨ ਦੀ ਕੋਸ਼ਿਸ਼ਾਂ ਕਰੀਆਂ ਸਮੇਂ 'ਤੇ, ਪਰ ਉਸ 'ਚ ਮੈਂ ਕਰਦਿਆਂ ਵੀ ਉਹ ਦਰਦ ਲੈ ਕੇ ਆਇਆ ਸੀ, ਆਪਣੇ ਐਡਾ ਬੜਾ ਕਾਰੋਬਾਰ ਛੱਡ ਕੇ ਦਰਦ ਸੀ, ਕੌਮ ਦਾ ਪਿਆਰ ਸੀ, ਜਿਹੜਾ ਉਹਨੇ ਉਸ 'ਤੇ ਪਹਿਰਾ ਦੇਣ ਦੀ ਕੋਸ਼ਿਸ਼ ਕੀਤੀ। ਤੇ ਫਿਰ ਹੁਣ ਜਿਹੜੇ ਲੋਕਾਂ ਨੇ ਇਹ ਸਾਰਾ ਕੁਝ ਵਰਤਾਰਾ ਸਿਰਜਿਆ ਉਹਦੇ ਖਿਲਾਫ ਜੀ ਤੁਹਾਡੀ ਕਮੇਟੀ ਦੇ ਵਿੱਚ ਰਹਿ ਕੇ ਵੀ ਫਿਰ ਹਲੇ ਵੀ ਉਹ ਕਮੇਟੀ ਦੇ ਵਿੱਚ ਨਾ ਕੀ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਨੌਜਵਾਨ ਜੇਕਰ ਉੱਠਦੇ ਨੇ ਜਾਂ ਉਹਨਾਂ ਦੇ ਲਈ ਨਹੀਂ ਘਾਤਕ ਸਿੱਧ ਹੋਣਗੇ ਜੀ ਫਿਰ ਉਹ? ਦੇਖੋ ਇਸ ਤਰ੍ਹਾਂ ਦੀ ਉਸ 'ਤੇ ਬਿਲਕੁਲ ਨਹੀਂ ਚੱਲਣਾ ਚਾਹੀਦਾ, ਨਾ ਸਾਡੀ ਕੋਈ ਕਮੇਟੀ ਦਾ ਉਹ ਹੈ, ਪਰ ਆਪਣੇ ਆਪੇ ਸੰਗਤਾਂ ਨਖੇੜਾ ਕਰ ਦਿੰਦੀਆਂ ਵੀ ਅੱਜ ਦੀਪ ਸਿੱਧੂ ਕੀ ਹੈ, ਉਹ ਜਿਹੜੇ ਉਸ 'ਤੇ ਦੋਸ਼ ਲਾਉਣ ਵਾਲੇ ਕਿੱਥੇ ਖੜ੍ਹੇ ਹੈ, ਇਹ ਸੰਗਤਾਂ ਆਪੇ ਹੀ ਇਹਦਾ ਨਿਤਾਰਾ ਕਰ ਰਹੀਆਂ। ਆਖਰੀ ਸੰਦੇਸ਼ ਨੌਜਵਾਨਾਂ ਨੂੰ ਕੀ ਦੇਣਾ ਚਾਹੁੰਦੇ? ਦੇਖੋ ਨੌਜਵਾਨਾਂ ਨੂੰ ਜਿਹੜਾ ਜਥੇਦਾਰ ਜਗਤਾਰ ਸਿੰਘ ਹਵਾਰਾ ਵੱਲੋਂ ਹੈ ਬਈ ਅੱਜ ਨੌਜਵਾਨ ਜਾਗ ਚੁੱਕਿਆ, ਇਹ ਇਸ ਕੌਮ ਦੀ ਬਾਗਡੋਰ ਸੰਭਾਉਣ, ਨਸ਼ਿਆਂ ਦਾ ਤਿਆਗ ਕਰਨ, ਆਪਣੇ ਅਮੀਰ ਵਿਰਸੇ ਗੁਰਸਿੱਖੀ ਨਾਲ ਜੁੜਨ ਅਤੇ ਸਾਡੇ ਗੁਰੂ ਗ੍ਰੰਥ ਸਾਹਿਬ ਤੋਂ ਸੇਧ ਲੈ ਕੇ ਉਹ ਜਿਹੜਾ ਦੀਪ ਸਿੱਧੂ ਨੇ ਜਿਹੜੇ ਕਾਰਜ ਕਰੇ ਹੈ ਉਹਨਾਂ 'ਤੇ ਜ਼ਰੂਰ ਪਹਿਰਾ ਦੇਣ, ਕਿਉਂਕਿ ਬੰਦੀ ਸਿੰਘਾਂ ਦੀ ਰਿਹਾਈ ਦਾ ਮੁੱਦਾ ਵੀ ਇੱਕ ਮੁੱਦਾ ਸੀ ਜਿਸ 'ਤੇ ਉਹਨੇ ਕੰਮ ਕਰਿਆ। ਆਖਰ ਇਹੀ ਕਿਹਾ ਕਿ ਬਾਪੂ ਜੀ ਆਪਾਂ ਨੂੰ ਟੀਕੇ ਨਹੀਂ ਬਹਿਣਾ ਚਾਹੀਦਾ, ਆਪਾਂ ਨੂੰ ਅਵੇਸਲੇ ਨਹੀਂ ਹੋਣਾ ਚਾਹੀਦਾ। ਉਹ ਬੋਲ ਉਹਦੇ ਯਾਦ ਕਰਦੇ ਮੈਂ ਨੌਜਵਾਨਾਂ ਨੂੰ ਯਾਦ ਕਰਾਉਣਾ ਵੀ ਯਾਦ ਕਰਕੇ ਆਪਾਂ ਉਹਨਾਂ ਬੰਦੀ ਸਿੰਘਾਂ ਦੀ ਰਿਹਾਈ ਵਾਸਤੇ ਅਗਲਾ ਪ੍ਰੋਗਰਾਮ ਲਿਖੀਏ। ਬਿਲਕੁਲ, ਸੋ ਇਹ ਸੀ ਬਾਪੂ ਗੁਰਚਰਨ ਸਿੰਘ ਜੀ ਜਿਨ੍ਹਾਂ ਦੇ ਵੱਲੋਂ ਸਾਰਾ ਸਪਸ਼ਟੀਕਰਨ ਦਿੱਤਾ ਗਿਆ। ਇਹ ਇਸ ਕਰਕੇ ਸੀ ਕਿਉਂਕਿ ਦੀਪ ਸਿੱਧੂ ਅਕਸਰ ਗੱਲ ਕਰ ਲੈਂਦੇ ਸੀਗੇ ਬਾਪੂ ਜੀ ਦੀ ਵੀ, ਬਾਪੂ ਜੀ ਨੂੰ ਮਿਲਣ ਜਾ ਰਹੇ ਹਾਂ, ਇਹ ਕਰ ਰਹੇ ਹਾਂ, ਤਾਂ ਇੱਕ ਸਤਿਕਾਰ ਕਰਦਾ ਸੀ। ਪਰ ਮੈਨੂੰ ਇਹ ਵੀ ਸੀਗਾ, ਆਪਾਂ ਜਾਣਨਾ ਚਾਹੁੰਦੇ ਸੀ ਵੀ ਬਾਪੂ ਜੀ ਤਾਂ ਨੇੜੇ ਤਾਂ ਉਹੀ ਨੇ ਹਵਾਰਾ ਸਾਹਿਬ ਦੇ, ਵੀ ਉਹੀ ਜ਼ਿਆਦਾ ਮੈਸੇਜ ਲੈ ਕੇ ਆਉਂਦੇ ਨੇ ਵੀ ਕਿਤੇ ਇਹ ਨਾ ਹੋਵੇ ਵੀ ਇੱਕ ਪਾਸੇ ਸਤਿਕਾਰ ਦੇ ਨਾਲ ਦੀਪ ਸਿੱਧੂ ਗੱਲ ਕਰਦਾ ਸੀ ਜਾਂ ਬਾਪੂ ਜੀ ਵੀ ਸਾਡੇ ਕੋਲ ਤਾਰੀਫ ਕਰਦੇ ਸੀ, ਦੂਜੇ ਪਾਸੇ ਇਹ ਸਾਰਾ ਸੀਗਾ। ਪਰ ਸਪਸ਼ਟ ਹੋਇਆ ਹੈ ਕਿਉਂਕਿ ਕਮੈਂਟਾਂ ਦੀ ਵੀ ਜੇ ਗੱਲ ਕਰੀਏ, ਕਮੈਂਟਾਂ ਦੇ ਵਿੱਚ ਵੀ ਇੱਕ ਦੋ ਜਿਹੜੇ ਹੈਗੇ ਨੇ, ਕੁਝ ਕਮੈਂਟ ਹੈਗੇ ਨੇ ਜਿਨ੍ਹਾਂ ਦੇ ਵਿੱਚ ਇਹ ਕਿਹਾ ਗਿਆ ਵੀ ਇਹ ਦਿੱਲੀ ਤੋਂ ਦਲਜੀਤ ਸਿੰਘ ਹੈ ਜਿਹਨੇ ਇਹ ਸਾਰਾ ਕੁਝ ਸਿਰਜਿਆ ਸੀਗਾ। ਪਰ ਪਤਾ ਇਹ ਵੀ ਲੱਗਦਾ ਬਾਅਦ ਦੇ ਵਿੱਚ ਵੀ ਇਹ ਅਫਸੋਸ ਵੀ ਜ਼ਾਹਿਰ ਕਰਨ ਵਾਲਿਆਂ ਦੇ ਵਿੱਚ ਸੀਗੇ। ਪਰ ਮੈਂ ਕਹਿੰਦਾ ਵੀ ਜੇ ਤੁਹਾਨੂੰ ਲੱਗਦਾ ਵੀ ਏਜੰਸੀਆਂ ਦਾ ਬੰਦਾ ਸੀ ਜਾਂ ਏਜੰਟ ਸੀਗਾ ਤਾਂ ਤੁਹਾਨੂੰ ਆਪਣੀ ਸੋਚ ਦੇ ਉੱਤੇ ਖੜ੍ਹੇ ਰਹਿਣਾ ਚਾਹੀਦਾ ਸੀਗਾ। ਸੋ ਉਸੇ ਤਰ੍ਹਾਂ ਪਰ ਇਸ ਤੋਂ ਜਦੋਂ ਤੁਸੀਂ ਆਪਣੀ ਸੋਚ ਨੂੰ ਹੋਰ ਪਾਸੇ ਲੈ ਕੇ ਜਾਂਦੇ ਹੋ ਤਾਂ ਇਹ ਪਤਾ ਲੱਗਦਾ ਹੈ ਵੀ ਸਿਰਫ ਲੋਕਾਂ ਦੀਆਂ ਭਾਵਨਾਵਾਂ ਨੂੰ ਕੈਸ਼ ਕਰਕੇ ਤੁਸੀਂ ਆਪਣੀਆਂ ਰੋਟੀਆਂ ਸੇਕਣ ਦੇ ਲਈ ਸਿੱਧ ਹੁੰਦੇ ਹੋ, ਵੀ ਆਪਣੀਆਂ ਰੋਟੀਆਂ ਸੇਕਣ ਦੇ ਲਈ ਅੱਗੇ ਰਹਿੰਦੇ ਹੋ। ਪਰ ਅਜਿਹਾ ਨਹੀਂ ਹੋਣਾ ਚਾਹੀਦਾ। ਇਸ ਕਰਕੇ ਅਸੀਂ ਜ਼ਰੂਰ ਕਹਾਂਗੇ ਵੀ ਅਜਿਹੇ ਲੋਕਾਂ ਤੋਂ ਵੀ ਕੌਮ ਨੂੰ ਸੁਚੇਤ ਰਹਿਣਾ ਚਾਹੀਦਾ ਹੈ, ਅਤੇ ਜੇਕਰ ਅਜਿਹਾ ਕੋਈ ਮਿਲਦਾ ਤਾਂ ਉਹਨੂੰ ਬੇਨਕਾਬ ਕਰਕੇ ਕੌਮ ਨੂੰ ਸੁਚੇਤ ਜ਼ਰੂਰ ਕਰਨਾ ਚਾਹੀਦਾ ਹੈ। ਸਤਨਾਮ ਸਿੰਘ ਦੇ ਨਾਲ ਜਗਦੀਪ ਸਿੰਘ ਥਲੀ, ਪੰਜਾਬੀ ਲੋਕ ਚੈਨਲ।